सत श्री अकाल। अज की क्लास में तुहाडा स्वागत है। जमात पहली, विशा पंजाबी, उप विशा आओ सुंदर लिखिए। प्यारे बच्चों, सुंदर लिखण दे लई कुछ खास नुकतिਆਂ ਦਾ ख्याल रखना पैंदा है। आओ तुहाडे नाल साझे करते हैं। प्यारे बच्चों, पंजाबी दी पाठ पुस्तक दे पन्ना नंबर 66 ਉੱਪਰ 4 ਅੱਖਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅੱਜ ਆਪਾਂ ਲਿਖਣ ਦਾ ਅਭਿਆਸ ਕਰਨਾ ਹੈ। ਪਹਿਲਾਂ ਦੀ ਤਰ੍ਹਾਂ ਹੀ ਉੱਪਰਲੀ ਰੇਖਾ ਅਸੀਂ ਛੱਡ ਲੈਣੀ ਹੈ ਤੇ 4 ਰੇਖਾਵਾਂ ਉੱਪਰ ਇਹਨਾਂ ਦਾ ਅਸੀਂ ਅਭਿਆਸ ਕਰਦੇ ਹਾਂ। ਬਿਲਕੁਲ ਦੂਜੀ ਰੇਖਾ ਦੇ ਉੱਪਰ ਅਸੀਂ ਸਿੱਧੀ ਰੇਖਾ ਲਾਉਂਦੇ ਹਾਂ। ਉਸ ਤੋਂ ਬਾਅਦ ਅੱਧ ਦੇ ਵਿੱਚ ਅਸੀਂ ਹੇਠਾਂ ਵੱਲ ਨੂੰ ਆਉਣਾ ਹੈ। ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ। ਗਲਾਈਆਂ ਦਿੰਦੇ ਹੋਏ ਹੇਠਾਂ ਵੱਲ ਚੱਲਾਂਗੇ ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ ਨੰਨਾ। ਨੰਨਾ ਅਤੇ ਠੱਠਾ ਇੱਕੋ ਹੀ ਆਕਾਰ ਦੇ ਅੱਖਰ ਹਨ। ਅਗਲਾ ਅੱਖਰ ਜੋ ਅਸੀਂ ਸਿੱਖਣਾ ਹੈ ਉਹ ਹੈ ਠੱਠਾ। ਬਿਲਕੁਲ ਸਿੱਧੀ ਰੇਖਾ। ਇਹ ਰੇਖਾ ਤੇ ਉੱਪਰਲੀਆਂ ਰੇਖਾਵਾਂ ਸਾਰੇ ਅੱਖਰਾਂ ਦੀਆਂ ਲਗਭਗ ਬਰਾਬਰ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਕੋਈ ਵੀ ਅੱਖਰ ਆ ਜੋ ਵੱਡਾ ਛੋਟਾ ਨਾ ਹੋਵੇ। ਪਹਿਲਾਂ ਦੀ ਤਰ੍ਹਾਂ ਹੀ ਹੇਠਾਂ ਵੱਲ ਇਹ ਲਾਈਨ ਨਾਲ ਟੱਚ ਨਹੀਂ ਕਰਨਾ ਚਾਹੀਦਾ। ਹੇਠਾਂ ਵੱਲ ਜਾਂਦੇ ਹੋਏ ਗਲਾਈ ਦਿੰਦੇ ਹੋਏ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ ਠੱਠਾ। ਇਸ ਤੋਂ ਅਗਲਾ ਅੱਖਰ ਅਸੀਂ ਸਿੱਖ ਰਹੇ ਹਾਂ ਲੱਲਾ। ਪਿਆਰੇ ਬੱਚਿਓ, ਪਹਿਲਾਂ ਦੀ ਤਰ੍ਹਾਂ ਹੀ ਅਸੀਂ ਦੂਜੀ ਲਾਈਨ ਦੇ ਉੱਪਰ ਬਿਲਕੁਲ ਸਿੱਧੀ ਰੇਖਾ ਲਗਾਉਂਦੇ ਹਾਂ। ਮੈਂ ਫਿਰ ਤੁਹਾਨੂੰ ਦੱਸ ਦੇਵਾਂ ਕਿ ਆਹ ਰੇਖਾਵਾਂ ਦੀ ਲੰਬਾਈ ਪਹਿਲਾਂ ਅੱਖਰਾਂ ਦੇ ਨਾਲ ਦੀ ਹੋਣੀ ਚਾਹੀਦੀ ਹੈ, ਤਾਂ ਹੀ ਅੱਖਰਾਂ ਦਾ ਜੋ ਆਕਾਰ ਆ ਉਹ ਇੱਕ ਪ੍ਰਕਾਰ ਹੀ ਹੋ ਸਕਦਾ ਹੈ। ਫਿਰ ਬਿਲਕੁਲ ਹੇਠਾਂ ਵੱਲ ਅਸੀਂ ਇਸ ਪ੍ਰਕਾਰ ਇਸ ਨੂੰ ਮਿਲਾ ਦੇਣਾ ਹੈ। ਫਿਰ ਇਸ ਰੇਖਾ ਦੇ ਲਗਭਗ ਅੱਧ ਤੋਂ ਅਸੀਂ ਗਲਾਈ ਦੇਣੀ ਸ਼ੁਰੂ ਕਰਦੇ ਹਾਂ। ਇਸ ਰੇਖਾ ਦੇ ਲਗਭਗ ਅੱਧ ਤੋਂ ਫਿਰ ਗਲਾਈ ਦੇਣੀ ਸ਼ੁਰੂ ਕਰਦੇ ਹਾਂ ਤਾਂ ਸਾਡੇ ਕੋਲ ਤਿਆਰ ਹੋ ਗਿਆ ਹੈ ਲੱਲਾ। ਇਸ ਤੋਂ ਅੱਗੇ ਅਸੀਂ ਸਿੱਖਦੇ ਹਾਂ ਬੱਬਾ। ਪਿਆਰੇ ਬੱਚਿਓ, ਪਹਿਲਾਂ ਦੀ ਤਰ੍ਹਾਂ ਬਿਲਕੁਲ ਸਿੱਧੀ ਰੇਖਾ ਲਗਾਉਣੀ ਹੈ। ਫਿਰ ਅਸੀਂ ਇਸ ਨੂੰ ਇਸ ਪ੍ਰਕਾਰ ਗਲਾਈ ਦਿੰਦੇ ਹੋਏ ਇੱਥੇ ਛੱਡ ਦੇਣਾ ਹੈ। ਥੋੜੀ ਕਰਵ ਦਿੰਦੇ ਹੋਏ ਹੇਠਾਂ ਇੱਥੇ ਪੈਨ ਰੋਕਣ ਤੋਂ ਬਾਅਦ ਅਸੀਂ ਫਿਰ ਇਸ ਨੂੰ ਇਸ ਪ੍ਰਕਾਰ ਗਲਾਈ ਦੇਣੀ ਹੈ ਤੇ ਉੱਪਰ ਤੋਂ ਹੇਠਾਂ ਵੱਲ ਨੂੰ ਬਿਲਕੁਲ ਸਿੱਧੀ ਰੇਖਾ ਲਗਾ ਦੇਣੀ ਹੈ। ਇਹ ਸਾਡੇ ਕੋਲ ਤਿਆਰ ਹੋ ਗਿਆ ਹੈ ਬੱਬਾ। ਅੱਜ ਅਸੀਂ 4 ਅੱਖਰ ਸਿੱਖੇ ਹਨ, ਨੰਨਾ, ਠੱਠਾ, ਲੱਲਾ ਤੇ ਬੱਬਾ। ਹੁਣ ਸਮਾਂ ਹੋ ਗਿਆ ਹੈ ਘਰ ਦੇ ਕੰਮ ਦਾ। ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 66 ਉੱਪਰ ਇਹ 4 ਅੱਖਰ ਦਿੱਤੇ ਗਏ ਹਨ। ਤੁਸੀਂ ਇਹਨਾਂ ਦਾ ਪਾਠ ਪੁਸਤਕ ਉੱਪਰ ਅਭਿਆਸ ਕਰਨਾ ਹੈ। ਜਮਾਤ ਪਹਿਲੀ, ਵਿਸ਼ਾ ਗਣਿਤ। ਪਿਆਰੇ ਬੱਚਿਓ, ਅੱਜ ਅਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 44 ਤੇ ਦਿੱਤੇ ਹੋਏ ਸਵਾਲਾਂ ਨੂੰ ਹੱਲ ਕਰਾਂਗੇ। ਤੁਸੀਂ ਦੇਖ ਰਹੇ ਹੋ ਇੱਥੇ ਕੁਝ ਤਸਵੀਰਾਂ ਹਨ। ਦੇਖੋ, ਇਹ ਘਟਾਓ ਦਾ ਨਿਸ਼ਾਨ ਹੈ। ਅਸੀਂ ਇਹਨਾਂ ਤਸਵੀਰਾਂ ਨੂੰ ਗਿਣਾਂਗੇ ਅਤੇ ਜਿੰਨੀਆਂ ਇਹ ਤਸਵੀਰਾਂ ਹੋਣਗੀਆਂ ਉਹਨਾਂ ਅੰਕ ਖਾਲੀ ਡੱਬੇ ਵਿੱਚ ਲਿਖਾਂਗੇ। ਆਓ ਸ਼ੁਰੂ ਕਰਦੇ ਹਾਂ। ਮੇਰੇ ਨਾਲ ਨਾਲ ਗੁਬਾਰੇ ਗਿਣੋ। 1 2
3 4 5। ਮੇਰੇ ਕੋਲ 5 ਗੁਬਾਰੇ ਹਨ। 1 2 3 4। ਮੈਂ ਇਨ੍ਹਾਂ 5 ਗੁਬਾਰਿਆਂ ਵਿੱਚੋਂ 4 ਗੁਬਾਰੇ ਕਿਸੇ ਹੋਰ ਨੂੰ ਦੇ ਦਿੱਤੇ। ਕਿੰਨੇ ਗੁਬਾਰੇ? ਹਾਂਜੀ, 4 ਗੁਬਾਰੇ। 1 2 3 4। ਦੇਖੋ ਪਿੱਛੇ ਕਿੰਨੇ ਗੁਬਾਰੇ ਰਹਿ ਗਏ? ਹਾਂਜੀ, ਪਿੱਛੇ ਰਹਿ ਗਿਆ 1 ਗੁਬਾਰਾ। 5 ਵਿੱਚੋਂ 4 ਘਟਾਉਣ ਤੇ 1 ਉੱਤਰ ਪ੍ਰਾਪਤ ਹੋਇਆ। ਆਓ ਹੁਣ ਅਗਲਾ ਸਵਾਲ ਹੱਲ ਕਰਦੇ ਹਾਂ। ਮੇਰੇ ਨਾਲ ਇਨ੍ਹਾਂ ਆਈਸਕ੍ਰੀਮ ਨੂੰ ਗਿਣੋ। 1 2 3 4 5। ਮੇਰੇ ਕੋਲ 5 ਆਈਸਕ੍ਰੀਮ ਹਨ। 1 2 3। ਮੈਂ ਇਨ੍ਹਾਂ 5 ਆਈਸਕ੍ਰੀਮ ਵਿੱਚੋਂ 3 ਆਈਸਕ੍ਰੀਮ ਕਿਸੇ ਹੋਰ ਨੂੰ ਦੇ ਦਿੱਤੀਆਂ। ਕਿੰਨੀਆਂ ਆਈਸਕ੍ਰੀਮ? ਹਾਂਜੀ, ਮੈਂ 3 ਆਈਸਕ੍ਰੀਮ ਕਿਸੇ ਹੋਰ ਨੂੰ ਦੇ ਦਿੱਤੀਆਂ। 1 2 3। ਦੇਖੋ ਮੇਰੇ ਕੋਲ ਕਿੰਨੀਆਂ ਆਈਸਕ੍ਰੀਮ ਰਹਿ ਗਈਆਂ? ਹਾਂਜੀ, 2 ਆਈਸਕ੍ਰੀਮ। 5 ਵਿੱਚੋਂ 3 ਘਟਾਉਣ ਤੇ 2 ਉੱਤਰ ਪ੍ਰਾਪਤ ਹੋਇਆ। ਅੱਗੇ ਦੇਖੋ ਮੇਰੇ ਕੋਲ 1 2 3 4 4 ਲੈਂਪ ਹਨ। 1 2। ਮੈਂ ਇਨ੍ਹਾਂ 4 ਲੈਂਪ ਵਿੱਚੋਂ 2 ਲੈਂਪ ਕਿਸੇ ਹੋਰ ਨੂੰ ਦੇ ਦਿੱਤੇ। 1 2। ਮੈਂ 2 ਲੈਂਪ ਕਿਸੇ ਹੋਰ ਨੂੰ ਦੇ ਦਿੱਤੇ। ਤਾਂ ਦੇਖੋ ਪਿੱਛੇ ਕਿੰਨੇ ਲੈਂਪ ਰਹਿ ਗਏ? ਹਾਂਜੀ, ਪਿੱਛੇ ਰਹਿ ਗਏ 2 ਲੈਂਪ। 4 ਵਿੱਚੋਂ 2 ਘਟਾਉਣ ਤੇ 2 ਉੱਤਰ ਆਇਆ। ਅਗਲੇ ਸਵਾਲ ਹਨ। ਦੇਖੋ 4 ਘਟਾਓ 1 ਬਰਾਬਰ ਖਾਲੀ ਡੱਬੇ ਵਿੱਚ ਅਸੀਂ ਉੱਤਰ ਲਿਖਣਾ ਹੈ। ਇਨ੍ਹਾਂ ਘਟਾਓ ਦੇ ਸਵਾਲਾਂ ਨੂੰ ਅਸੀਂ ਸੰਖਿਆ ਪੱਟੀ ਦੀ ਮਦਦ ਨਾਲ ਹੱਲ ਕਰਾਂਗੇ। ਪਹਿਲਾ ਸਵਾਲ ਹੈ 4 ਘਟਾਓ 1। ਤਾਂ ਬੱਚਿਓ ਪਹਿਲਾਂ ਅਸੀਂ ਸੰਖਿਆ ਪੱਟੀ ਤੇ ਸੰਖਿਆ 4 ਤੇ ਜਾਵਾਂਗੇ। ਇੱਥੇ ਘਟਾਓ ਕਰਨੀ ਹੈ, ਇਸ ਲਈ ਅਸੀਂ ਪੁੱਠੀ ਗਿਣਤੀ ਕਰਦੇ ਹੋਏ ਪਿੱਛੇ ਵੱਲ ਛਾਲ ਲਾਵਾਂਗੇ। 4 ਘਟਾਓ 1 ਹੈ ਤਾਂ ਬੱਚਿਓ ਅਸੀਂ 4 ਤੋਂ ਪਿੱਛੇ ਵੱਲ ਨੂੰ ਇੱਕ ਛਾਲ ਲਾਵਾਂਗੇ। ਅਸੀਂ ਕਿਹੜੀ ਸੰਖਿਆ ਤੇ ਪਹੁੰਚ ਗਏ? ਹਾਂਜੀ, ਅਸੀਂ ਸੰਖਿਆ 3 ਤੇ ਪਹੁੰਚ ਗਏ। 4 ਵਿੱਚੋਂ 1 ਘਟਾਉਣ ਤੇ ਪ੍ਰਾਪਤ ਹੋਇਆ 3। 4 ਘਟਾਓ 1 ਬਰਾਬਰ 3। ਤਾਂ ਅਗਲਾ ਸਵਾਲ ਦੇਖੋ 5 ਘਟਾਓ 3 ਬਰਾਬਰ। ਖਾਲੀ ਡੱਬੇ ਵਿੱਚ ਅਸੀਂ ਉੱਤਰ ਲਿਖਾਂਗੇ। ਤਾਂ ਆਓ ਬੱਚਿਓ ਸੰਖਿਆ ਪੱਟੀ ਵੱਲ ਜਾਂਦੇ ਹਾਂ। ਸੰਖਿਆ ਪੱਟੀ ਤੇ ਅਸੀਂ ਸੰਖਿਆ 5 ਤੇ ਜਾਵਾਂਗੇ। ਘਟਾਓ ਹੈ, ਇਸ ਲਈ ਸੰਖਿਆ ਪੱਟੀ ਤੇ ਪਿੱਛੇ ਵੱਲ ਛਾਲ ਲਾਵਾਂਗੇ। ਸੰਖਿਆ 5 ਵਿੱਚੋਂ ਜਿੰਨੀ ਸੰਖਿਆ ਘਟਾਉਣੀ ਹੈ ਅਸੀਂ ਉਨੀਆਂ ਛਾਲਾਂ ਪਿੱਛੇ ਵੱਲ ਲਾਵਾਂਗੇ। ਸੰਖਿਆ 5 ਵਿੱਚੋਂ ਸੰਖਿਆ 3 ਘਟਾਉਣੀ ਹੈ ਤਾਂ ਆਓ ਸੰਖਿਆ 5 ਤੋਂ ਪੁੱਠੀ ਗਿਣਤੀ ਕਰਦੇ ਹੋਏ ਪਿੱਛੇ ਵੱਲ 3 ਛਾਲਾਂ ਲਾਉਂਦੇ ਹਾਂ। 1 2 3। ਅਸੀਂ ਕਿਹੜੀ ਸੰਖਿਆ ਤੇ ਪਹੁੰਚ ਗਏ? ਹਾਂਜੀ, ਸੰਖਿਆ 2 ਤੇ। 5 ਵਿੱਚੋਂ 3 ਘਟਾਉਣ ਤੇ ਪ੍ਰਾਪਤ ਹੋਇਆ 2। 5 ਘਟਾਓ 3 ਬਰਾਬਰ 2। ਇਸ ਤਰ੍ਹਾਂ ਹੀ ਅਸੀਂ ਅਗਲਾ ਸਵਾਲ ਹੱਲ ਕਰਾਂਗੇ। 3 ਘਟਾਓ 1। ਸੰਖਿਆ ਪੱਟੀ ਤੇ ਸੰਖਿਆ 3 ਤੇ ਜਾਵਾਂਗੇ ਅਤੇ ਸੰਖਿਆ 3 ਤੋਂ ਇੱਕ ਪਿੱਛੇ ਵੱਲ ਨੂੰ ਛਾਲ ਲਾਵਾਂਗੇ। ਸੰਖਿਆ 3 ਤੋਂ ਪੁੱਠੀ ਗਿਣਤੀ ਕਰਦੇ ਹੋਏ ਇੱਕ ਪਿੱਛੇ ਵੱਲ ਨੂੰ ਛਾਲ ਲਾਉਂਦੇ ਹਾਂ ਤਾਂ ਅਸੀਂ ਸੰਖਿਆ 2 ਤੇ ਪਹੁੰਚ ਜਾਂਦੇ ਹਾਂ। 3 ਘਟਾਓ 1 ਬਰਾਬਰ 2। ਪਿਆਰੇ ਬੱਚਿਓ, ਹੁਣ ਤੁਸੀਂ ਵੀ ਆਪਣੇ ਘਰ ਆਪਣੀ ਕਿਤਾਬ ਦੇ ਪੰਨਾ ਨੰਬਰ 44 ਤੇ ਦਿੱਤੇ ਹੋਏ ਘਟਾਓ ਦੇ ਸਵਾਲਾਂ ਨੂੰ ਜ਼ਰੂਰ ਹੱਲ ਕਰਨਾ ਹੈ। ਧੰਨਵਾਦ। Good morning, students. Here are your friends. See, they are in pairs, but some are incorrect. Will you help me to find the incorrect pair? Yes, let's do it. Students, let's read them.
F, F, capital F, small f. Next, B, B, D, D, H. Is it H? No, it's a C. So it's a incorrect pair. We will put cross on it. Students, let's have one more set. Let's read them. I, L, capital L, small l. J, is it J? No, it's D. It's a incorrect pair. So we will put cross on it like this. Next we have C. It's a correct pair. Students, now I have another set for you. Let's read them. H, B. Yes, very good. Capital B, small b. E. Next we have K. Is it K? No, it's a F. It's a incorrect pair. We will put cross on it like this. Students, it's time for homework. Choose the incorrect pair from the given pair. Keep learning. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਇਹ ਤੁਹਾਡੇ ਹੱਥ ਵਿੱਚ ਕੀ ਹੈ? ਬੱਚਿਓ, ਮੇਰੇ ਕੋਲ ਕੁਝ ਜਾਨਵਰਾਂ ਅਤੇ ਪੰਛੀਆਂ ਦੀਆਂ ਤਸਵੀਰਾਂ ਹਨ। ਅੱਜ ਆਪਾਂ ਇੱਕ ਖੇਡ ਖੇਡਾਂਗੇ। ਸਾਰੇ ਬੱਚੇ ਵਾਰੋ-ਵਾਰੀ ਇੱਕ ਪਰਚੀ ਚੁੱਕਣਗੇ ਅਤੇ ਜਿਸ ਬੱਚੇ ਨੂੰ ਉਹ ਪੰਛੀ ਜਾਂ ਜਾਨਵਰ ਪਸੰਦ ਹੋਵੇਗਾ, ਉਹ ਬੱਚਾ ਉਸ ਬਾਰੇ ਕੁਝ ਸ਼ਬਦ ਬੋਲੇਗਾ। ਹਾਂਜੀ, ਚਲੋ ਕਰੀਏ ਸ਼ੁਰੂ। ਹਾਂਜੀ ਬੱਚਿਓ, ਚਲੋ ਫਿਰ ਪਰਚੀ ਚੁੱਕੋ। ਹਾਂਜੀ, ਇਸ ਪਰਚੀ ਵਿੱਚ ਹੈ ਖਰਗੋਸ਼। ਦੱਸੋ ਜੀ, ਤੁਹਾਡੇ ਵਿੱਚੋਂ ਖਰਗੋਸ਼ ਕਿਸ ਨੂੰ ਪਸੰਦ ਹੈ? ਮੈਡਮ ਜੀ, ਮੈਨੂੰ ਖਰਗੋਸ਼ ਇਸ ਲਈ ਪਸੰਦ ਹੈ ਕਿਉਂਕਿ ਉਹ ਹੱਥ ਲਾਉਣ ਤੇ ਬਹੁਤ ਨਰਮ ਹੁੰਦਾ ਹੈ ਤੇ ਵੱਡੀਆਂ ਵੱਡੀਆਂ ਛਾਲਾਂ ਵੀ ਮਾਰਦਾ ਹੈ। ਅੱਛਾ ਜੀ, ਬਹੁਤ ਵਧੀਆ। ਚਲੋ ਜੀ, ਅਗਲੀ ਪਰਚੀ ਚੁੱਕੋ। ਮੋਰ। ਮੈਡਮ ਜੀ, ਮੈਨੂੰ ਮੋਰ ਇਸ ਲਈ ਪਸੰਦ ਹੈ ਕਿਉਂਕਿ ਉਹਦੇ ਖੰਭ ਬੜੇ ਸੋਹਣੇ ਹੁੰਦੇ ਹਨ ਤੇ ਉਹ ਨੱਚਦਾ ਵੀ ਬਹੁਤ ਸੋਹਣਾ ਹੁੰਦਾ ਹੈ। ਸ਼ਾਬਾਸ਼ ਬੱਚਿਓ। ਇੱਕ ਗੱਲ ਦੱਸਾਂ, ਮੋਰ ਸਾਡਾ ਰਾਸ਼ਟਰੀ ਪੰਛੀ ਹੈ। ਚਲੋ ਜੀ, ਅਗਲੀ ਪਰਚੀ ਚੁੱਕੋ ਫਿਰ। ਇਹ ਤਾਂ ਗਾਂ ਦੀ ਤਸਵੀਰ ਹੈ। ਮੈਡਮ ਜੀ, ਮੈਨੂੰ ਗਾਂ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਇਹ ਸਾਨੂੰ ਦੁੱਧ ਦਿੰਦੀ ਹੈ ਜਿਸ ਨੂੰ ਪੀ ਕੇ ਅਸੀਂ ਜਲਦੀ ਵੱਡੇ ਹੋ ਜਾਂਦੇ ਹਾਂ। ਸ਼ਾਬਾਸ਼। ਹਾਂਜੀ, ਅਗਲੀ ਪਰਚੀ ਵਿੱਚ ਕੀ ਹੈ? ਤੋਤਾ। ਮੈਡਮ ਜੀ, ਮੈਨੂੰ ਮਿੱਠੂ ਤੋਤਾ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਉਹ ਬਹੁਤ ਮਿੱਠਾ ਬੋਲਦਾ ਹੈ। ਇਸੇ ਕਰਕੇ ਇਸ ਦਾ ਨਾਮ ਮਿੱਠੂ ਰਾਮ ਹੈ। ਮੈਡਮ ਜੀ, ਅਗਲੀ ਪਰਚੀ ਮੈਂ ਚੁੱਕੂੰਗਾ। ਹਾਂਜੀ, ਚੁੱਕੋ ਫਿਰ। ਓਏ, ਇਹ ਤਾਂ ਕੁੱਤੇ ਦੀ ਤਸਵੀਰ ਹੈ। ਦੱਸੋ ਫਿਰ, ਕੌਣ ਬੋਲੇਗਾ ਕੁੱਤੇ ਬਾਰੇ? ਮੈਡਮ ਜੀ, ਕੁੱਤੇ ਬਾਰੇ ਮੈਂ ਦੱਸਾਂਗੀ। ਮੈਨੂੰ ਮੇਰਾ ਪੋਲੂ ਕੁੱਤਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਹ ਸਾਡੇ ਘਰ ਦੀ ਰਾਖੀ ਕਰਦਾ ਹੈ। ਹਾਂਜੀ ਬੱਚਿਓ, ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਵਫਾਦਾਰ ਜਾਨਵਰ ਕੁੱਤਾ ਹੀ ਹੁੰਦਾ ਹੈ। ਸ਼ਾਬਾਸ਼ ਬੱਚਿਓ,
ਤੁਹਾਨੂੰ ਤਾਂ ਜਾਨਵਰਾਂ ਅਤੇ ਪੰਛੀਆਂ ਬਾਰੇ ਬਹੁਤ ਕੁਝ ਪਤਾ ਹੈ। ਬੱਚਿਓ, ਸਾਰੇ ਜਾਨਵਰ ਅਤੇ ਪੰਛੀ ਸਾਡੇ ਦੋਸਤ ਹਨ। ਸਾਨੂੰ ਇਹਨਾਂ ਨਾਲ ਬਹੁਤ ਪਿਆਰ ਕਰਨਾ ਚਾਹੀਦਾ ਹੈ ਤੇ ਕਦੇ ਵੀ ਕਿਸੇ ਜਾਨਵਰ ਜਾਂ ਪੰਛੀ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਤੇ ਬੱਚਿਓ, ਅੱਜ ਦਾ ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ ਆਪਣੀ ਪਸੰਦ ਦੇ ਜਾਨਵਰ ਜਾਂ ਪੰਛੀ ਦੀਆਂ ਤਸਵੀਰਾਂ ਅਖਬਾਰਾਂ ਵਿੱਚੋਂ ਕੱਟ ਕੇ ਸਵਾਗਤ ਜ਼ਿੰਦਗੀ ਦੀ ਕਾਪੀ ਵਿੱਚ ਚਿਪਕਾਉਣੀਆਂ ਹਨ। ਅੱਜ ਅਸੀਂ ਪੰਨਾ ਨੰਬਰ 28 ਤੇ ਦਿੱਤਾ ਅਭਿਆਸ ਪ੍ਰਸ਼ਨ 1 ਕਰਾਂਗੇ, ਜੋ ਕਿ ਪੜ੍ਹੋ ਅਤੇ ਸਮਝੋ ਹੈ। ਤੇ ਆਓ ਸ਼ੁਰੂ ਕਰੀਏ। ਬੱਚਿਓ, ਇਹ ਪੜ੍ਹੋ। ਗਾ ਬਿੰਦੀ ਲਗਾ ਅੱਖਰ ਨਾਲ ਕੀ ਬਣ ਗਿਆ? ਗਾਂ। ਇੱਕ ਵਾਰ ਫੇਰ ਪੜ੍ਹੋ। ਗਾ ਗਾਂ। ਹਾਂਜੀ, ਅਗਲਾ ਪੜ੍ਹੋ ਜੀ। ਬਾਗ ਬਿੰਦੀ ਲਗਾ ਅੱਖਰ ਨਾਲ ਕੀ ਬਣ ਗਿਆ? ਬਾਂਗ। ਇੱਕ ਵਾਰ ਫੇਰ ਪੜ੍ਹੋ। ਬਾਗ ਬਾਂਗ। ਹਾਂਜੀ, ਅਗਲਾ ਸ਼ਬਦ ਦੇਖੋ। ਸੌਦਾ ਬਿੰਦੀ ਲਗਾ ਅੱਖਰ ਨਾਲ ਕੀ ਬਣ ਗਿਆ? ਸੌਂਦਾ। ਹਾਂਜੀ, एक बार फिर पढ़ो। सौदा सौंदा। अगला पढ़ो जी। साग बिंदी लगा अखर नाल सांग। एक बार फिर पढ़ो। साग सांग। अगला शब्द पढ़ो जी। किला बिंदी लगा अखर नाल की बन गया? किला। एक बार फिर पढ़ो। किला किला। हाँ जी, अगला शब्द पढ़ो। चाक चौक। एक बार दोबारा पढ़ो। चाक चौक। अगला शब्द पढ़ो जी। जांच बिंदी लगा अखर लगा के बन गया जांच। एक बार फिर पढ़ो। जांच जांच। हाँ जी, अगला शब्द है रुखा बिंदी लगा अखर नाल की बन गया? रुखा। एक बार फिर पढ़ो। रुखा रुखा। हुण वारी है घर दे काम दी। पन्ना नंबर 23 ते दिता अभ्यास प्रश्न 1 ध्यान नाल पढ़ना है ते कापियां ते लिखना है। सत श्री अकाल प्यारे प्यारे बच्चों आज आप अपना नवा अध्याय शुरू करन जा रहे हैं। अध्याय 2 जोड़ घटाओ। बच्चों, तुसी 100 तक दीयां संख्यावां नूं बहुत चंगी तरह समझ चुके हो, पर अज आप 10 तक दा जोड़ तोड़ अपने हत्थां दीयां उंगलां नाल सीखांगे। आओ सीखिए। बच्चों, अपना एक हाथ अगे रखो। शाबाश। इस हाथ दियां 5 खड़ियां उंगलां। हुण दूजा हाथ भी रखो। इस हाथ दियां भी 5 खड़ियां उंगलां। तो देखो बच्चों, अपने कोल 5 खड़ियां उंगलां इस हाथ दियां ते 5 खड़ियां उंगलां इस हाथ दियां। किन्नियां हो गईयां बच्चों? 10 खड़ियां उंगलां। अपने हाथ दियां 2 उंगलां मोड़ो बच्चों। शाबाश। हुण अपने कोल किन्नियां उंगलां मुड़ियां बच्चों? 2। आपां की कीता है? 10 खड़ियां उंगलां दे विचों 2 उंगलां नूं मोड़ लिया।
आओ देखिए हुण अपने कोल खड़ियां उंगलां किन्नियां रह गईयां 1 2 3 4 5 6 7 8 मतलब कि 10 विचों 2 कटे 8। देखो बच्चियों हुण अपने कोल 2 मुड़ियां उंगलां ने ते 8 खड़ियां उंगलां। जेकर आपां 8 खड़ियां उंगलां दे विच अपनियां 2 मुड़ियां उंगलां नूं मिला दईए तां किन्नियां हो गईयां 10 उंगलां। हाँ तां बच्चियों अपनियां 3 उंगलां नूं मोड़ो। शाबाश। हुण देखो जदों आपां 10 खड़ियां उंगलां दे विचों अपनियां 3 उंगलां नूं मोड़ लिया तां देखिए खड़ियां किन्नियां रह गईयां 1 2 3 4 5 6 7 अपने कोल 7 खड़ियां उंगलां रह गईयां। हाँ तां बच्चियों हुण अपने कोल 7 उंगलां खड़ियां ने ते 3 उंगलां मुड़ियां। हुण देखो जे आपां 7 खड़ियां उंगलां दे विच 3 मुड़ियां उंगलां नूं मिला दईए तां अपने कोल फिर किन्नियां उंगलां हो गईयां 10 खड़ियां उंगलां। बच्चियों हुण अपनियां 4 उंगलां नूं मोड़ो। शाबाश। आपां की कीता है बच्चियों अपनियां 10 खड़ियां उंगलां दे विचों आपां 4 उंगलां नूं मोड़ लिया। आओ देखिए अपने कोल हुण खड़ियां उंगलां किन्नियां रह गईयां 1 2 3 4 5 6 हुण अपने कोल 6 खड़ियां उंगलां रह गईयां। अपने कोल बच्चियों हुण 6 खड़ियां उंगलां ते 4 मुड़ियां उंगलां ने ते जे आपां 6 खड़ियां उंगलां दे विच 4 मुड़ियां उंगलां नूं मिला दईए तां अपने कोल फिर तो किन्नियां उंगलां आ गईयां 10 खड़ियां उंगलां। अपनी एक उंगल नूं मोड़ो बच्चियों। शाबाश। आओ देखिए कि आपां की कीता है आपां 10 खड़ियां उंगलां दे विचों एक उंगल नूं मोड़ लिया। देखिए हुण खड़ियां किन्नियां रह गईयां 1 2 3 4 5 6 7 8 9 अपने कोल 9 खड़ियां उंगलां आ गईयां। हुण देखो बच्चियों 9 खड़ियां उंगलां ते एक मुड़ी उंगल नूं जदों आपां मिला देंगे तां अपने कोल की आऊगा फिर तो 10 खड़ियां उंगलां। प्यारे बच्चियों ਤੁਸੀਂ ਆਪਣੇ ਹੱਥ ਦੀਆਂ ਉਂਗਲਾਂ ਨਾਲ 10 ਤੱਕ ਦੇ ਜੋੜ ਤੋੜ ਦਾ ਅਭਿਆਸ ਕਰਨਾ ਹੈ। ਸਤਿ ਸ਼੍ਰੀ ਅਕਾਲ। Hello dear children, we are doing words with vowel sound E. Today we will learn words ending with sound eat and eat. Dear children, firstly we will learn words ending with sound eat. D, eat, deed. Deed. Children always do good deeds. N, eat, need. Need. We all need water. Children, plants also need water. S, eat, seed. Yes, S, eat, seed. A plant grows from a seed. V, eat, weed. Weed. Come on, pull out the weeds from the soil. Let's revise. D, eat, deed. N, eat, need. S, eat, seed. V, eat, weed. Now we will do words ending with sound eat.
F, eat, feet. Yes, f, eat, feet. I have 2 feet. M, eat, meat. M, eat, meat. Look, when two friends meet, they say hello. Sw, eat, sweet. Sweet. Children, sugar is very sweet. Fl, eat, fleet. Fl, eat, fleet. Look, here is a fleet of cars. And here is a fleet of trucks. Let's revise. F, eat, feet. M, eat, meat. Sw, eat, sweet. Fl, eat, fleet. Children, this was all for today. Now it's time for homework. Write down the words ending with sound eat and eat in your notebooks. ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਪਾਠ 7 ਦਰਿਆ ਨੇ ਕਿਹਾ ਤਾਂ ਤੁਸੀਂ ਪੜ੍ਹ ਹੀ ਲਿਆ ਹੈ, ਜਿਸ ਵਿੱਚ ਕਿ ਬਿਲਕੁਲ ਲੱਕੜਹਾਰੇ ਦੀ ਕਹਾਣੀ ਬਾਰੇ ਦੱਸਿਆ ਗਿਆ ਹੈ। ਕਿਹੋ ਜਿਹੀ ਲੱਗੀ ਤੁਹਾਨੂੰ ਇਹ ਕਹਾਣੀ? ਵਧੀਆ ਲੱਗੀ ਹੋਵੇਗੀ। ਪਿਆਰੇ ਬੱਚਿਓ, ਅੱਜ ਆਪਾਂ ਇਸ ਦੇ ਪਾਠ ਅਭਿਆਸ ਦੇ ਵਿੱਚੋਂ ਸਮਝੋ ਤੇ ਲਿਖੋ ਕਰਾਂਗੇ, ਜੋ ਕਿ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 37 ਉੱਤੇ ਦਰਜ ਹੈ। ਪਿਆਰੇ ਬੱਚਿਓ, ਪਹਿਲਾ ਸ਼ਬਦ ਹੈ ਰੁੱਖ। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ, ਇੱਕ ਰੁੱਖ ਬਾਰੇ ਦੱਸ ਰਿਹਾ ਹੈ। ਇਸ ਤਰ੍ਹਾਂ ਜਦੋਂ ਕੋਈ ਚੀਜ਼ ਗਿਣਤੀ ਵਿੱਚ ਇੱਕ ਹੋਵੇ ਤਾਂ ਉਸਨੂੰ ਇੱਕ ਵਚਨ ਕਹਿੰਦੇ ਹਨ। ਰੁੱਖਾਂ, ਜਦੋਂ ਗਿਣਤੀ ਵਿੱਚ ਇੱਕ ਤੋਂ ਜ਼ਿਆਦਾ ਰੁੱਖ ਹੋਣ ਤਾਂ ਰੁੱਖਾਂ ਕਿਹਾ ਜਾਂਦਾ ਹੈ। ਰੁੱਖਾਂ ਸ਼ਬਦ ਬਹੁਵਚਨ ਹੈ। ਇਸ ਤਰ੍ਹਾਂ ਰੁੱਖ ਦਾ ਬਹੁਵਚਨ ਹੋਵੇਗਾ ਰੁੱਖਾਂ। ਅਗਲਾ ਸ਼ਬਦ ਹੈ ਲੱਕੜ। ਤਸਵੀਰ ਵਿੱਚ ਲੱਕੜ ਦੀ ਇੱਕ ਪੋਰੀ ਦਿਖ ਰਹੀ ਹੈ। ਜਿਵੇਂ ਕਿ ਇਹ ਗਿਣਤੀ ਵਿੱਚ ਇੱਕ ਹੈ, ਇਸ ਲਈ ਇਹ ਇੱਕ ਵਚਨ ਹੈ। ਲੱਕੜਾਂ, ਤਸਵੀਰ ਵਿੱਚ ਅਸੀਂ ਲੱਕੜਾਂ ਦਾ ਢੇਰ ਵੇਖ ਰਹੇ ਹਾਂ। ਇਹ ਗਿਣਤੀ ਵਿੱਚ ਇੱਕ ਤੋਂ ਜ਼ਿਆਦਾ ਹਨ ਤਾਂ ਲੱਕੜਾਂ ਸ਼ਬਦ ਬਹੁਵਚਨ ਹੈ। ਇਸ ਤਰ੍ਹਾਂ ਲੱਕੜ ਦਾ ਬਹੁਵਚਨ ਹੋਵੇਗਾ ਲੱਕੜਾਂ। ਅੱਗੇ ਹੈ ਕੁਹਾੜੀ। ਬੱਚਿਓ, ਤਸਵੀਰ ਵਿੱਚ ਅਸੀਂ ਇੱਕ ਕੁਹਾੜੀ ਦੇਖ ਰਹੇ ਹਾਂ, ਇਸ ਕਰਕੇ ਕੁਹਾੜੀ ਸ਼ਬਦ ਇੱਕ ਵਚਨ ਹੈ। ਆਓ ਦੇਖੀਏ ਇਸ ਦਾ ਬਹੁਵਚਨ ਕੀ ਬਣੇਗਾ। ਕੁਹਾੜੀਆਂ, ਤਸਵੀਰ ਵਿੱਚ ਅਸੀਂ 2 ਕੁਹਾੜੀਆਂ ਦੇਖ ਰਹੇ ਹਾਂ, ਭਾਵ ਇੱਕ ਤੋਂ ਜ਼ਿਆਦਾ, ਤਾਂ ਕੁਹਾੜੀਆਂ ਸ਼ਬਦ ਬਹੁਵਚਨ ਹੈ। ਇਸ ਤਰ੍ਹਾਂ ਕੁਹਾੜੀ ਦਾ ਬਹੁਵਚਨ ਹੋਵੇਗਾ ਕੁਹਾੜੀਆਂ। ਬੱਚਿਓ, ਅਗਲਾ ਸ਼ਬਦ ਹੈ ਛੱਲ। ਸਮੁੰਦਰ ਵਿੱਚ ਜਦੋਂ ਪਾਣੀ ਦੀ ਲਹਿਰ ਉੱਠਦੀ ਹੈ ਤਾਂ ਉਸਨੂੰ ਛੱਲ ਕਿਹਾ ਜਾਂਦਾ ਹੈ। ਛੱਲ ਸ਼ਬਦ ਇੱਕ ਵਚਨ ਹੈ। ਛੱਲ ਦਾ ਬਹੁਵਚਨ ਕੀ ਹੋਵੇਗਾ? ਛੱਲਾਂ। ਜਦੋਂ ਸਮੁੰਦਰ ਵਿੱਚ ਜ਼ਿਆਦਾ ਲਹਿਰਾਂ ਉੱਠਦੀਆਂ ਹਨ ਤਾਂ ਉਹਨਾਂ ਨੂੰ ਛੱਲਾਂ ਕਹਿੰਦੇ ਹਨ। ਛੱਲਾਂ ਸ਼ਬਦ ਬਹੁਵਚਨ ਹੈ। ਇਸ ਤਰ੍ਹਾਂ ਛੱਲ ਸ਼ਬਦ ਦਾ ਬਹੁਵਚਨ ਹੈ ਛੱਲਾਂ। ਅਗਲਾ ਸ਼ਬਦ ਹੈ ਬੂਟੀ। ਬੱਚਿਓ, ਪਾਠ ਵਿੱਚ ਵੀ ਤੁਸੀਂ ਪੜ੍ਹਿਆ ਸੀ ਕਿ ਜੰਗਲ ਸਾਨੂੰ ਜੜੀ ਬੂਟੀਆਂ ਦਿੰਦੇ ਹਨ। ਜਿਵੇਂ ਕਿ ਬੂਟੀ ਦੇ ਨਾਂ ਤੋਂ ਸਪਸ਼ਟ ਹੈ, ਗਿਣਤੀ ਵਿੱਚ ਇੱਕ ਪੌਦੇ ਬਾਰੇ ਦੱਸ ਰਿਹਾ ਹੈ। ਇਸ ਤਰ੍ਹਾਂ ਇਹ ਇੱਕ ਵਚਨ ਹੈ। ਬੂਟੀਆਂ, ਤਸਵੀਰ ਵਿੱਚ ਅਸੀਂ ਇੱਕ ਤੋਂ ਜ਼ਿਆਦਾ ਬੂਟੀਆਂ ਦੇਖ ਰਹੇ ਹਾਂ ਤਾਂ ਬੂਟੀਆਂ ਸ਼ਬਦ ਬਹੁਵਚਨ ਹੈ। ਇਸ ਤਰ੍ਹਾਂ ਬੂਟੀ ਸ਼ਬਦ ਦਾ ਬਹੁਵਚਨ ਹੈ ਬੂਟੀਆਂ। ਆਓ ਬੱਚਿਓ, ਆਪਾਂ ਇੱਕ ਵਾਰ ਫਿਰ ਤੋਂ ਇਹਨਾਂ ਸਾਰੇ ਸ਼ਬਦਾਂ ਨੂੰ ਦੇਖ ਲਈਏ। ਰੁੱਖ ਦਾ ਬਹੁਵਚਨ ਰੁੱਖਾਂ, ਲੱਕੜ ਦਾ ਲੱਕੜਾਂ, ਕੁਹਾੜੀ ਦਾ ਕੁਹਾੜੀਆਂ, ਛੱਲ ਦਾ ਛੱਲਾਂ, ਬੂਟੀ ਦਾ ਬੂਟੀਆਂ। ਹੁਣ ਬੱਚਿਓ, ਸਮਾਂ ਹੈ ਘਰ ਦੇ ਕੰਮ ਦਾ। ਬੱਚਿਓ, ਤੁਸੀਂ ਵੀ ਇਹ ਸਮਝੋ ਤੇ ਲਿਖੋ ਕੰਮ ਆਪਣੀ ਕਾਪੀਆਂ ਤੇ ਕਰਨਾ ਹੈ ਅਤੇ ਇਸ ਨੂੰ ਆਪਣੇ ਅਧਿਆਪਕ ਤੋਂ ਚੈੱਕ ਵੀ ਕਰਵਾਉਣਾ ਹੈ।
ਆਪਾਂ ਫਿਰ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਬੇਟਾ ਇਹ ਹੈ ਮੰਨਤ। ਮੰਨਤ ਨੇ ਆਪਣੀ ਗੋਲਕ ਵਿੱਚ ਕੁਝ ਰੁਪਏ ਜਮ੍ਹਾਂ ਕੀਤੇ ਹਨ। ਆਓ ਗਿਣੀਏ। ਮੰਨਤ ਕੋਲ 100 ਦੇ 4 ਨੋਟ, 10 ਰੁਪਏ ਦਾ 1 ਨੋਟ ਤੇ 1 ਰੁਪਏ ਦੇ 2 ਨੋਟ। ਮੰਨਤ ਕੋਲ ਕੁੱਲ 412 ਰੁਪਏ ਹਨ। ਮੰਨਤ ਦੇ ਪਾਪਾ ਨੇ ਉਸ ਨੂੰ 300 ਰੁਪਏ ਹੋਰ ਦੇ ਦਿੱਤੇ। ਮੰਨਤ ਕੋਲ ਹੁਣ ਕਿੰਨੇ ਰੁਪਏ ਹੋ ਗਏ ਹਨ? ਇਹ ਪਤਾ ਕਰਨ ਲਈ ਅੱਜ ਅਸੀਂ ਕਰੰਸੀ ਨੋਟਾਂ ਦੀ ਵਰਤੋਂ ਵੱਖ-ਵੱਖ ਤਰੀਕਿਆਂ ਨਾਲ ਕਰਾਂਗੇ। ਬੱਚਿਓ, ਸਭ ਤੋਂ ਪਹਿਲਾਂ ਅਸੀਂ 300 ਰੁਪਏ ਨੂੰ 100 ਰੁਪਏ ਵਿੱਚ ਇਸ ਤਰ੍ਹਾਂ ਰੱਖ ਲੈਂਦੇ ਹਾਂ। ਮੰਨਤ ਦੇ 412 ਰੁਪਏ ਵਿੱਚ 100 ਰੁਪਇਆ ਮਿਲਾ ਦੇਣ ਤੇ ਮੰਨਤ ਕੋਲ ਹੋ ਗਏ ਹਨ 512 ਰੁਪਏ। 512 ਰੁਪਏ ਵਿੱਚ 100 ਰੁਪਇਆ ਹੋਰ ਮਿਲਾ ਦਈਏ ਤਾਂ ਮੰਨਤ ਕੋਲ ਹੋ ਗਏ 612 ਰੁਪਏ। 612 ਰੁਪਏ ਵਿੱਚ 100 ਰੁਪਇਆ ਹੋਰ ਮਿਲ ਗਿਆ ਤਾਂ ਬੱਚਿਓ ਮੰਨਤ ਕੋਲ ਹੋ ਗਏ 712 ਰੁਪਏ। ਆਓ ਪਿਆਰੇ ਬੱਚਿਓ, ਹੁਣ ਅਸੀਂ ਮੰਨਤ ਦੇ 412 ਰੁਪਏ ਵਿੱਚੋਂ 400 ਦੇ ਨੋਟ ਵੱਖਰੇ ਕਰਕੇ 400 ਅਤੇ 12 ਰੁਪਏ ਰੱਖਦੇ ਹਾਂ। ਬੱਚਿਓ, ਜੇ ਅਸੀਂ 400 ਰੁਪਏ ਵਿੱਚ 300 ਰੁਪਏ ਮਿਲਾ ਦਈਏ ਤਾਂ ਮੰਨਤ ਕੋਲ ਹੋ ਜਾਣਗੇ 700 ਰੁਪਏ। 700 ਰੁਪਏ ਵਿੱਚ ਅਸੀਂ 12 ਰੁਪਏ ਹੋਰ ਮਿਲਾ ਦਿੱਤੇ ਤਾਂ ਮੰਨਤ ਕੋਲ ਹੋ ਗਏ 712 ਰੁਪਏ। ਪਿਆਰੇ ਬੱਚਿਓ, ਆਓ ਹੁਣ ਅਸੀਂ ਇੱਕ ਹੋਰ ਤਰੀਕੇ ਨਾਲ ਮੰਨਤ ਦੇ ਰੁਪਏ ਗਿਣਦੇ ਹਾਂ। ਮੰਨਤ ਕੋਲ 412 ਰੁਪਏ ਵਿੱਚ 1 ਰੁਪਏ ਦੇ 2 ਨੋਟ ਹਨ, ਭਾਵ ਮੰਨਤ ਕੋਲ ਹਨ 2 ਇਕਾਈਆਂ। ਮੰਨਤ ਕੋਲ 10 ਰੁਪਏ ਦਾ 1 ਨੋਟ, ਭਾਵ 1 ਦਹਾਈ। 100 ਰੁਪਏ ਦੇ 4 ਨੋਟ, ਭਾਵ 4 ਸੈਂਕੜੇ ਹਨ। ਉਸਦੇ ਪਾਪਾ ਨੇ ਉਸਨੂੰ 300 ਰੁਪਏ ਦਿੱਤੇ ਹਨ। ਇਸ ਵਿੱਚ 1 ਰੁਪਏ ਦਾ ਕੋਈ ਨੋਟ ਨਹੀਂ ਹੈ, ਭਾਵ 0 ਇਕਾਈਆਂ। 10 ਦਾ ਵੀ ਕੋਈ ਨੋਟ ਨਹੀਂ ਹੈ, ਭਾਵ 0 ਦਹਾਈ। 100 ਦੇ 3 ਨੋਟ ਹਨ, ਭਾਵ 3 ਸੈਂਕੜੇ। ਆਓ ਬੱਚਿਓ, ਹੁਣ ਅਸੀਂ ਮੰਨਤ ਦੇ ਰੁਪਏ ਗਿਣੀਏ। ਮੰਨਤ ਕੋਲ 2 ਇਕਾਈਆਂ, 10 ਰੁਪਏ ਦਾ 1 ਨੋਟ, ਭਾਵ 1 ਦਹਾਈ ਅਤੇ 100 ਰੁਪਏ ਦੇ 2 3 4 5 6 7 100 ਰੁਪਏ ਦੇ 7 ਨੋਟ, ਭਾਵ 7 ਸੈਂਕੜੇ ਹੋ ਗਏ ਹਨ, ਭਾਵ ਮੰਨਤ ਕੋਲ 712 ਰੁਪਏ ਹਨ। ਬੱਚਿਓ, ਅੱਜ ਆਪਾਂ ਇਹਨਾਂ 3 ਤਰੀਕਿਆਂ ਨਾਲ ਮੰਨਤ ਦੇ ਰੁਪਏ ਗਿਣੇ ਹਨ। ਬੱਚਿਓ, ਤੁਹਾਡਾ ਘਰ ਦਾ ਕੰਮ ਹੈ ਪੰਨਾ ਨੰਬਰ 56 ਅਤੇ 57 ਉੱਤੇ ਦਿੱਤੇ ਜੋੜ ਦੇ ਸਵਾਲਾਂ ਨੂੰ ਕਰੰਸੀ ਨੋਟਾਂ ਦੀ ਮਦਦ ਨਾਲ ਵੱਖ-ਵੱਖ ਤਰੀਕਿਆਂ ਨਾਲ ਹੱਲ ਕਰਨਾ। ਧੰਨਵਾਦ। Hello children, today our topic is from lesson number 3, trees, and today we are going to write some sentences for the picture. Let's write some sentences. Children, we have already learnt some words with the help of this picture. Now let's write some sentences for the picture. Our first sentence is, there is a big tree. Yes children, take out your notebooks and pencils and write down these sentences. There is a big tree. Yes, you can see a big tree. There is a big tree. Our next sentence is, the birds are sitting on the tree. You can see birds. They are sitting on the tree. The birds are sitting on the tree. You can also write, the birds are sitting on the branch of the tree. Okay? Have you written? The birds are sitting, double T, sitting on the tree. The cow is sitting under the tree. The cow is sitting under the tree. You can see the cow, it is sitting under the tree.
The cow is sitting under the tree. You can also write the cow is sleeping. SLEEPING, sleeping under the tree. Next sentence is there are clouds in the sky. You can see clouds. Write down there are clouds in the sky. And last sentence is the sun is shining in the sky. Yes, we can see the sun is shining in the sky. SHINING, shining in the sky. Let's revise all the sentences. Let's read. There is a big tree. The birds are sitting on the tree. The cow is sitting under the tree. There are clouds in the sky. The sun is shining in the sky. That's all for today. Now it's time for homework. And your homework is write down all these sentences in your notebook. Keep learning. Thank you. ਮੇਰੇ ਪਿਆਰੇ ਵਿਦਿਆਰਥੀਓ, ਤੁਸੀਂ ਵਾਤਾਵਰਣ ਸਿੱਖਿਆ ਦੀ ਪਾਠ ਪੁਸਤਕ ਮੇਰੀ ਦੁਨੀਆ ਦਾ ਪਾਠ ਨੰਬਰ 7 ਜੰਤੂ ਇੱਕ ਜਾਣ ਪਹਿਚਾਨ ਪੜ੍ਹ ਚੁੱਕੇ ਹੋ। ਅੱਜ ਅਸੀਂ ਇਸ ਪਾਠ ਦੇ ਅਭਿਆਸ ਪ੍ਰਸ਼ਨ ਕਰਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ ਜਾਨਵਰਾਂ ਅਤੇ ਉਹਨਾਂ ਦੀਆਂ ਆਵਾਜ਼ਾਂ ਦਾ ਮਿਲਾਨ ਕਰੋ। ਬੱਚਿਓ, ਸਾਨੂੰ ਇੱਕ ਪਾਸੇ ਜਾਨਵਰਾਂ ਦੇ ਨਾਮ ਦਿੱਤੇ ਹੋਏ ਹਨ ਤੇ ਇੱਕ ਪਾਸੇ ਉਹਨਾਂ ਦੀਆਂ ਆਵਾਜ਼ਾਂ। ਆਓ ਪਛਾਣੀਏ ਕਿਸ ਜਾਨਵਰ ਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ। ਹਾਂਜੀ ਬੱਚਿਓ, ਬੱਕਰੀ ਕਿਵੇਂ ਬੋਲਦੀ ਹੈ? ਹਾਂਜੀ, ਮੈਂ ਐਵੇਂ ਬੋਲਦੀ ਹੈ ਨਾ। ਹਾਂਜੀ, ਅਸੀਂ ਬੱਕਰੀ ਨੂੰ ਮੈਂ ਨਾਲ ਮਿਲਾ ਦਿਆਂਗੇ। ਅੱਗੇ ਹੈ ਕੁਕੜੀ। ਕੁਕੜੀ ਕਿਵੇਂ ਬੋਲਦੀ ਹੈ? ਹਾਂਜੀ, ਕੁਕੜੂ ਕੂ। ਅਸੀਂ ਉਹਨੂੰ ਕੁਕੜੂ ਕੂ ਨਾਲ ਮਿਲਾ ਦਿਆਂਗੇ। ਅੱਗੇ ਹੈ ਬਿੱਲੀ। ਬਿੱਲੀ ਕਿਵੇਂ ਬੋਲਦੀ ਹੈ? ਮਿਆਉ ਮਿਆਉ, ਹੈ ਨਾ ਬੱਚਿਓ। ਅਸੀਂ ਮਿਆਉ ਤੇ ਮਿਲਾ ਦਿਆਂਗੇ। ਅੱਗੇ ਹੈ ਕਬੂਤਰ। ਕਬੂਤਰ ਕਿਵੇਂ ਬੋਲਦਾ ਹੈ? ਹਾਂਜੀ, ਗੁਟਰਗੂ ਗੁਟਰਗੂ। ਅਗਲਾ ਪ੍ਰਸ਼ਨ ਹੈ ਵੱਖ-ਵੱਖ ਜੀਵ ਜੰਤੂਆਂ ਦੇ ਰਹਿਣ ਸਥਾਨ ਲਿਖੋ। ਹਾਂਜੀ, ਸਾਡਾ ਪਹਿਲਾ ਜੰਤੂ ਹੈ ਸ਼ੇਰ। ਸ਼ੇਰ ਕਿੱਥੇ ਰਹਿੰਦਾ ਹੈ? ਗੁਫਾ ਦੇ ਵਿੱਚ। ਅਗਲਾ ਜੰਤੂ ਹੈ ਘੋੜਾ। ਘੋੜਾ ਰਹਿੰਦਾ ਹੈ ਬੱਚਿਓ ਤਵੇਲੇ ਦੇ ਵਿੱਚ। ਅੱਗੇ ਹੈ ਮੱਛੀ। ਮੱਛੀ ਕਿੱਥੇ ਰਹਿੰਦੀ ਹੈ ਬੱਚਿਓ? ਮੱਛੀ ਰਹਿੰਦੀ ਹੈ ਪਾਣੀ ਦੇ ਵਿੱਚ। ਫਿਰ ਹੈ ਸਾਡੇ ਕੋਲ ਖਰਗੋਸ਼। ਖਰਗੋਸ਼ ਰਹਿੰਦਾ ਹੈ ਖੁੱਡ ਦੇ ਵਿੱਚ। ਫਿਰ ਹੈ ਸਾਡੇ ਕੋਲ ਮਧੂਮੱਖੀ। ਮਧੂਮੱਖੀ ਰਹਿੰਦੀ ਹੈ ਛੱਤੇ ਦੇ ਵਿੱਚ। ਠੀਕ ਹੈ ਬੱਚਿਓ, ਇਹ ਸਨ ਵੱਖ-ਵੱਖ ਜੀਵ ਜੰਤੂ ਅਤੇ ਉਹਨਾਂ ਦੇ ਰਹਿਣ ਦੇ ਸਥਾਨ। ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ ਭਰੋ। ਠੀਕ ਹੈ ਬੱਚਿਓ, ਸਾਨੂੰ ਖਾਲੀ ਥਾਵਾਂ ਦਿੱਤੀਆਂ ਹੋਈਆਂ ਹਨ ਅਤੇ ਸਾਨੂੰ ਵਿਕਲਪ ਵੀ ਦਿੱਤੇ ਹਨ ਜਿਨ੍ਹਾਂ ਚੋਂ ਚੁਣ ਕੇ ਅਸੀਂ ਸਹੀ ਉੱਤਰ ਭਰਨਾ ਹੈ। ਪਹਿਲੀ ਖਾਲੀ ਥਾਂ ਹੈ ਸ਼ਹਿਦ ਦੀ ਮੱਖੀ ਡੈਸ਼ ਮਾਰਦੀ ਹੈ। ਹਾਂਜੀ ਬੱਚਿਓ, ਦੱਸੋ ਸ਼ਹਿਦ ਦੀ ਮੱਖੀ ਕੀ ਮਾਰਦੀ ਹੈ? ਹਾਂਜੀ, ਡੰਗ। ਅਗਲਾ ਹੈ ਹਰ ਜਾਨਵਰ ਦੀ ਆਵਾਜ਼ ਡੈਸ਼ ਹੁੰਦੀ ਹੈ। ਹਾਂਜੀ ਬੱਚਿਓ, ਕੀ ਹੁੰਦੀ ਹੈ? ਵੱਖਰੀ ਵੱਖਰੀ ਹੁੰਦੀ ਹੈ। ਠੀਕ ਹੈ, ਤੁਸੀਂ ਪਾਠ ਵਿੱਚ ਵੀ ਪੜ੍ਹ ਚੁੱਕੇ ਹੋ। ਅਗਲਾ ਹੈ ਮੁਰਗੀ ਡੈਸ਼ ਖਾਂਦੀ ਹੈ। ਮੁਰਗੀ ਕੀ ਖਾਂਦੀ ਹੈ ਬੱਚਿਓ? ਦਾਣੇ। ਠੀਕ ਹੈ, ਇਹ ਸਨ ਸਾਡੀਆਂ ਖਾਲੀ ਥਾਵਾਂ ਭਰੋ। ਬੱਚਿਓ,
ਹੁਣ ਤੁਹਾਡਾ ਘਰ ਦਾ ਕੰਮ ਤੁਸੀਂ ਪ੍ਰਸ਼ਨ ਨੰਬਰ 1 ਜਾਨਵਰਾਂ ਅਤੇ ਉਹਨਾਂ ਦੀਆਂ ਆਵਾਜ਼ਾਂ ਦਾ ਮਿਲਾਨ ਆਪਣੀ ਕਾਪੀ ਤੇ ਕਰਨਾ ਹੈ ਅਤੇ ਇਹ ਖਾਲੀ ਥਾਵਾਂ ਨੂੰ ਸੁੰਦਰ ਕਰਕੇ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ। ਹਾਂਜੀ ਬੱਚਿਓ, ਸਤਿ ਸ੍ਰੀ ਅਕਾਲ। ਜਮਾਤ ਚੌਥੀ, ਵਿਸ਼ਾ ਪੰਜਾਬੀ, ਪਾਠ ਨੰਬਰ 7, ਨਾਨੀ ਦੀ ਸਿੱਖਿਆ। ਨਾਨੀ ਦੀ ਸਿੱਖਿਆ ਪਾਠ ਵਿੱਚੋਂ ਆਪਾਂ ਕਰਨ ਜਾ ਰਹੇ ਹਾਂ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ। ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ, ਬਹੁ ਵਿਕਲਪੀ ਪ੍ਰਸ਼ਨਾਂ ਵਿੱਚ 4 ਉੱਤਰਾਂ ਵਿੱਚੋਂ ਕਿਸੇ ਇੱਕ ਸਹੀ ਉੱਤਰ ਦੀ ਚੋਣ ਕਰਨੀ ਹੁੰਦੀ ਹੈ। ਨਾਨੀ ਦੀ ਸਿੱਖਿਆ ਪਾਠ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਸੋ ਸ਼ੁਰੂ ਕਰਦੇ ਹਾਂ ਜੀ ਬਹੁ ਵਿਕਲਪੀ ਪ੍ਰਸ਼ਨ। ਹਾਂਜੀ ਬੱਚਿਓ, ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ, ਨਾਨੀ ਦੀ ਸਿੱਖਿਆ ਪਾਠ ਅਨੁਸਾਰ ਬੁੱਧੂ ਦਾ ਕੀ ਮਤਲਬ ਸੀ? ਵਿਕਲਪ ਹਨ ਊੜਾ ਅਨਪੜ੍ਹ, ਐੜਾ ਵਿਹਲੜ, ਈੜੀ ਅਵਾਰਾ, ਸੱਸਾ ਸਿੱਧੜ। ਹਾਂਜੀ ਬੱਚਿਓ, ਤੁਸੀਂ ਪਾਠ ਪੜ੍ਹਿਆ ਹੈ, ਇਸ ਦਾ ਸਹੀ ਉੱਤਰ ਕਿਹੜਾ ਹੈ? ਹਾਂਜੀ, ਸੱਸਾ ਸਿੱਧੜ ਬਿਲਕੁਲ ਸਹੀ ਉੱਤਰ ਹੈ ਜੀ, ਸਿੱਧੜ। ਹਾਂਜੀ ਬੱਚਿਓ, ਪ੍ਰਸ਼ਨ ਨੰਬਰ 2, ਮਾਂ ਨੇ ਖਹਿੜਾ ਛੁਡਾਉਣ ਲਈ ਬੁੱਧੂ ਨੂੰ ਕੀ ਕਿਹਾ? ਹਾਂਜੀ ਬੱਚਿਓ, ਜਦੋਂ ਬੁੱਧੂ ਆਪਣੇ ਨਾਨਕੇ ਜਾਣ ਦੀ ਜਿੱਦ ਕਰ ਰਿਹਾ ਸੀ ਤਾਂ ਮਾਂ ਨੇ ਖਹਿੜਾ ਛੁਡਾਉਣ ਲਈ ਬੁੱਧੂ ਨੂੰ ਕੀ ਕਿਹਾ ਸੀ? ਵਿਕਲਪ ਹਨ ਊੜਾ ਤੁਰ ਜਾ, ਐੜਾ ਮੁੜ ਜਾ, ਈੜੀ ਉੱਡ ਜਾ, ਸੱਸਾ ਰਹਿਣ ਦੇ। ਹਾਂਜੀ ਬੱਚੋ, ਕਿਹੜਾ ਉੱਤਰ ਸਹੀ ਹੈ? ਈੜੀ ਉੱਡ ਜਾ ਬਿਲਕੁਲ ਸਹੀ। ਹਾਂਜੀ ਬੱਚਿਓ, ਪ੍ਰਸ਼ਨ ਨੰਬਰ 3, ਨਾਨੀ ਅਨੁਸਾਰ ਪੜ੍ਹੇ ਲਿਖੇ ਮੁੰਡੇ ਕੁੜੀਆਂ ਕਿਸ ਤਰ੍ਹਾਂ ਬੋਲਦੇ ਹਨ? ਜਦੋਂ ਨਾਨੀ ਬੁੱਧੂ ਨੂੰ ਸਮਝਾਉਂਦੀ ਹੈ ਕਿ ਪੜ੍ਹੇ ਲਿਖੇ ਮੁੰਡੇ ਇਸ ਤਰ੍ਹਾਂ ਬੋਲਦੇ ਹਨ, ਆਪਾਂ ਵਿਕਲਪ ਦੇ ਵਿੱਚੋਂ ਲੱਭਣਾ ਹੈ ਕਿ ਕਿਸ ਤਰ੍ਹਾਂ ਬੋਲਦੇ ਹਨ। ਹਾਂਜੀ, ਊੜਾ ਫਜ਼ੂਲ ਹੀ, ਐੜਾ ਸੋਚ ਸਮਝ ਕੇ, ਈੜੀ ਬਿਨਾ ਮਤਲਬ, ਸੱਸਾ ਹੌਲੀ। ਹਾਂਜੀ, ਨਾਨੀ ਅਨੁਸਾਰ ਪੜ੍ਹੇ ਲਿਖੇ ਮੁੰਡੇ ਕੁੜੀਆਂ ਕਿਸ ਤਰ੍ਹਾਂ ਬੋਲਦੇ ਹਨ ਜੀ? ਐੜਾ ਸੋਚ ਸਮਝ ਕੇ ਬਿਲਕੁਲ ਸਹੀ ਉੱਤਰ ਹੈ ਜੀ। ਹਾਂਜੀ ਬੱਚਿਓ, ਪ੍ਰਸ਼ਨ ਨੰਬਰ 4, ਸ਼ਿਕਾਰੀ ਨੇ ਬੁੱਧੂ ਨੂੰ ਕੀ ਬੋਲਣ ਲਈ ਕਿਹਾ? ਹਾਂਜੀ, ਸ਼ਿਕਾਰੀ ਨੇ ਬੁੱਧੂ ਨੂੰ ਕੀ ਬੋਲਣ ਲਈ ਕਿਹਾ ਸੀ ਬੱਚਿਓ? ਵਿਕਲਪ ਹਨ ਜੀ ਊੜਾ ਇਹੋ ਜਿਹੀ ਕਿਸੇ ਨਾਲ ਨਾ ਹੋਵੇ, ਐੜਾ ਆਈ ਜਾਓ ਫਸੀ ਜਾਓ, ਈੜੀ ਲਿਆਈ ਜਾਓ ਰੱਖੀ ਜਾਓ, ਸੱਸਾ ਐਸੀ ਹਰੇਕ ਦੇ ਘਰ ਹੋਵੇ। ਬੱਚਿਓ, ਕਿਹੜਾ ਉੱਤਰ ਸਹੀ ਹੈ ਜੋ ਸ਼ਿਕਾਰੀ ਨੇ ਬੁੱਧੂ ਨੂੰ ਬੋਲਣ ਲਈ ਕਿਹਾ ਸੀ? ਐੜਾ ਆਈ ਜਾਓ ਫਸੀ ਜਾਓ ਬਿਲਕੁਲ ਸਹੀ ਉੱਤਰ ਹੈ ਜੀ, ਐੜਾ। ਹਾਂਜੀ ਬੱਚਿਓ, ਪ੍ਰਸ਼ਨ ਨੰਬਰ 5, ਬੁੱਧੂ ਨੂੰ ਨਾਨੀ ਦੀ ਕਹੀ ਕਿਹੜੀ ਗੱਲ ਸਮਝ ਆ ਗਈ ਸੀ? ਹਾਂਜੀ ਬੱਚਿਓ, ਬੁੱਧੂ ਨੂੰ ਨਾਨੀ ਦੀ ਕਿਹੜੀ ਗੱਲ ਸਮਝ ਆ ਗਈ ਸੀ ਜੀ? ਵਿਕਲਪ ਹਨ ਊੜਾ ਪੜ੍ਹਨ ਦੀ, ਐੜਾ ਲੜਨ ਦੀ, ਈੜੀ ਵਿਹਲੇ ਰਹਿਣ ਦੀ, ਸੱਸਾ ਬੋਲਣ ਦੀ। ਹਾਂਜੀ ਬੱਚਿਓ, ਕਿਹੜਾ ਉੱਤਰ ਸਹੀ ਹੈ? ਊੜਾ ਪੜ੍ਹਨ ਦੀ ਬਿਲਕੁਲ ਸਹੀ। ਨਾਨੀ ਨੇ ਕਿਹਾ ਸੀ ਜੇਕਰ ਤੂੰ ਅਨਪੜ੍ਹ ਰਿਹਾ ਤਾਂ ਹੀ ਬੁੱਧੂ ਬਣ ਗਿਆ। ਹਾਂਜੀ ਬੱਚਿਓ, ਇਸ ਲਈ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ। ਹਾਂਜੀ ਬੱਚਿਓ, ਇਹ ਸਨ ਨਾਨੀ ਦੀ ਸਿੱਖਿਆ ਪਾਠ ਵਿੱਚੋਂ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ। ਉਮੀਦ ਹੈ ਤੁਸੀਂ ਇਹਨਾਂ ਨੂੰ ਆਪਣੀ ਕਾਪੀ ਵਿੱਚ ਜ਼ਰੂਰ ਉਤਾਰ ਲਿਆ ਹੋਵੇਗਾ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਚੌਥੀ ਸ਼੍ਰੇਣੀ ਦੀ ਗਣਿਤ ਦੀ ਦੁਨੀਆ ਦੇ ਅਭਿਆਸ 2.3 ਦੇ ਸਵਾਲ ਨੰਬਰ 9 ਅਤੇ 11 ਕਰਦੇ ਹਾਂ। ਪਿਆਰੇ ਬੱਚਿਓ, ਸਵਾਲ ਨੰਬਰ 9 ਹੈ, ਅੰਕਾਂ 1, 4, 6, 7 ਦੀ ਵਰਤੋਂ ਕਰਦੇ ਹੋਏ 4 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ। ਇਹਨਾਂ ਦਾ ਜੋੜਫਲ ਅਤੇ ਅੰਤਰ ਵੀ ਪਤਾ ਕਰੋ। ਤਾਂ ਪਿਆਰੇ ਬੱਚਿਓ, ਇਹਨਾਂ ਅੰਕਾਂ ਦੁਆਰਾ ਵੱਡੀ ਤੋਂ ਵੱਡੀ ਸੰਖਿਆ ਬਣਦੀ ਹੈ ਜੋ ਆਪਾਂ ਦੇਖ ਲੈਂਦੇ ਹਾਂ। 4 ਅੰਕ ਹਨ, 1000 ਤੱਕ ਦੀ ਸੰਖਿਆ ਬਣੇਗੀ। ਤਾਂ ਸਭ ਤੋਂ ਪਹਿਲਾਂ ਜੋ ਵੱਡਾ ਅੰਕ ਹੈ 7, ਉਸ ਨੂੰ 1000 ਵਾਲੇ ਖਾਨੇ ਵਿੱਚ ਲਿਖ ਲੈਂਦੇ ਹਾਂ। ਉਸ ਤੋਂ ਛੋਟਾ ਅੰਕ 6,
ਉਸ ਨੂੰ ਸੈਂਕੜੇ ਵਾਲੇ ਖਾਨੇ ਲਿਖ ਲੈਂਦੇ ਹਾਂ। ਉਸ ਤੋਂ ਛੋਟਾ ਅੰਕ 4 ਉਸ ਨੂੰ ਦਹਾਈ ਵਾਲੇ ਖਾਨੇ ਲਿਖ ਲੈਂਦੇ ਹਾਂ ਅਤੇ ਸਭ ਤੋਂ ਛੋਟਾ ਅੰਕ 1 ਨੂੰ ਇਕਾਈ ਵਾਲੇ ਖਾਨੇ ਵਿੱਚ ਲਿਖ ਲੈਂਦੇ ਹਾਂ। ਤਾਂ ਵੱਡੀ ਤੋਂ ਵੱਡੀ ਸੰਖਿਆ 7641 ਬਣ ਜਾਂਦੀ ਹੈ। ਇਸ ਤਰ੍ਹਾਂ ਛੋਟੀ ਤੋਂ ਛੋਟੀ ਸੰਖਿਆ ਬਣਾ ਲੈਂਦੇ ਹਾਂ ਇਹਨਾਂ ਅੰਕਾਂ ਦੁਆਰਾ। ਤਾਂ ਸਭ ਤੋਂ ਛੋਟਾ ਅੰਕ ਪਿਆਰੇ ਬੱਚੋ 1 ਹੈ, ਉਸ ਨੂੰ ਹਜ਼ਾਰ ਵਾਲੇ ਖਾਨੇ ਲਿਖ ਲੈਂਦੇ ਹਾਂ। ਉਸ ਤੋਂ ਵੱਡਾ ਅੰਕ 4 ਹੈ, ਉਸ ਨੂੰ ਸੈਂਕੜੇ ਵਾਲੇ ਖਾਨੇ ਲਿਖ ਲੈਂਦੇ ਹਾਂ। ਉਸ ਤੋਂ ਵੱਡਾ ਅੰਕ 6 ਹੈ ਬੱਚਿਓ, ਉਸ ਨੂੰ ਦਹਾਈ ਵਾਲੇ ਖਾਨੇ ਵਿੱਚ ਲਿਖ ਲੈਂਦੇ ਹਾਂ ਤੇ ਸਭ ਤੋਂ ਵੱਡਾ ਅੰਕ 7 ਨੂੰ ਇਕਾਈ ਵਾਲੇ ਖਾਨੇ ਲਿਖ ਲੈਂਦੇ ਹਾਂ। ਤਾਂ ਛੋਟੀ ਤੋਂ ਛੋਟੀ ਸੰਖਿਆ 1467 ਬਣ ਜਾਂਦੀ ਹੈ। ਤਾਂ ਹੁਣ ਪਿਆਰੇ ਬੱਚਿਓ ਇਹਨਾਂ ਦਾ ਜੋੜਫਲ ਪਤਾ ਕਰ ਲੈਂਦੇ ਹਾਂ ਆਪਾਂ। 7641 ਲਈ ਕਰੰਸੀ ਨੋਟ ਲੈ ਲੈਂਦੇ ਹਾਂ। 7640 141। ਤਾਂ ਪਿਆਰੇ ਬੱਚਿਓ ਹੁਣ 1460 ਅਤੇ 767 ਦੇ ਕਰੰਸੀ ਨੋਟ ਲੈ ਲੈਂਦੇ ਹਾਂ। ਤਾਂ ਪਿਆਰੇ ਬੱਚਿਓ ਪਹਿਲਾਂ ਆਪਾਂ ਇਕਾਈਆਂ ਦਾ ਜੋੜ ਕਰ ਲੈਂਦੇ ਹਾਂ। ਆਪਣੇ ਕੋਲੇ 8 ਇਕਾਈਆਂ ਬਣ ਜਾਂਦੀਆਂ ਹਨ ਤਾਂ 8 ਲਿਖ ਲੈਂਦੇ ਹਾਂ। ਦਹਾਈਆਂ ਪਿਆਰੇ ਬੱਚਿਓ ਆਪਣੇ ਕੋਲੇ 10 ਹਨ ਤਾਂ 10 ਦਹਾਈਆਂ ਦੇ ਬਦਲੇ 1 ਸੈਂਕੜਾ ਲੈ ਲੈਂਦੇ ਹਾਂ। ਤਾਂ ਹੁਣ ਦਹਾਈਆਂ ਦੀ ਗਿਣਤੀ ਆਪਣੇ ਕੋਲੇ 0 ਰਹਿ ਜਾਂਦੀ ਹੈ ਅਤੇ ਸੈਂਕੜੇ ਆਪਣੇ ਕੋਲੇ ਵੱਧ ਕੇ 11 ਹੋ ਜਾਣਗੇ। 1 ਸੈਂਕੜਾ ਆਪਾਂ ਸੈਂਕੜਿਆਂ ਵਾਲੇ ਖਾਨੇ ਦੇ ਉੱਪਰ ਲਗਾ ਲੈਂਦੇ ਹਾਂ। ਤਾਂ ਪਿਆਰੇ ਬੱਚਿਓ 10 ਸੈਂਕੜਿਆਂ ਦੇ ਬਦਲੇ 1000 ਲੈ ਲੈਂਦੇ ਹਾਂ ਤੇ ਸੈਂਕੜਾ ਆਪਣੇ ਕੋਲੇ 1 ਰਹਿ ਜਾਂਦਾ ਹੈ ਅਤੇ 1000 ਹਜ਼ਾਰ ਵਾਲੇ ਖਾਨੇ ਦੇ ਉੱਪਰ ਲਗਾ ਲੈਂਦੇ ਹਾਂ। ਤਾਂ ਪਿਆਰੇ ਬੱਚਿਓ 1000 ਆਪਣੇ ਕੋਲੇ 9 ਹਨ ਤਾਂ 9 ਲਗਾ ਲੈਂਦੇ ਹਾਂ। ਤਾਂ ਬੱਚਿਓ ਜੋ ਇਹਨਾਂ ਦਾ ਸੰਖਿਆਵਾਂ ਦਾ ਜੋੜਫਲ ਹੈ ਉਹ 9108 ਆ ਜਾਂਦਾ ਹੈ। ਤਾਂ ਹੁਣ ਇਹਨਾਂ ਦਾ ਆਪਾਂ ਅੰਤਰ ਪਤਾ ਕਰ ਲੈਂਦੇ ਹਾਂ। 7641 ਸਭ ਤੋਂ ਪਹਿਲਾਂ ਆਪਾਂ 7 ਘਟਾਉਣੇ ਆ ਇਕਾਈਆਂ ਵਿੱਚੋਂ ਤਾਂ ਆਪਣੇ ਕੋਲੇ 1 ਇਕਾਈ ਹੈ ਤਾਂ ਇਸ ਲਈ 1 ਦਹਾਈ ਦੇ ਬਦਲੇ 10 ਇਕਾਈਆਂ ਲੈ ਲੈਂਦੇ ਹਾਂ। ਤਾਂ ਇਕਾਈਆਂ ਵੱਧ ਕੇ ਆਪਣੇ ਕੋਲੇ 11 ਹੋ ਜਾਂਦੀਆਂ ਹਨ ਅਤੇ ਦਹਾਈਆਂ ਪਿਆਰੇ ਬੱਚੋ 3 ਰਹਿ ਜਾਂਦੀਆਂ ਹਨ। ਤਾਂ 11 ਵਿੱਚੋਂ 7 ਇਕਾਈਆਂ ਘਟਾ ਲੈਂਦੇ ਹਾਂ ਤਾਂ ਆਪਣੇ ਕੋਲੇ 4 ਇਕਾਈਆਂ ਆ ਜਾਂਦੀਆਂ ਹਨ। ਹੁਣ ਪਿਆਰੇ ਬੱਚੋ 3 ਦਹਾਈਆਂ ਵਿੱਚੋਂ 6 ਦਹਾਈਆਂ ਘਟਾਉਣੀਆਂ ਹਨ ਪਰ ਦਹਾਈਆਂ 3 ਹਨ ਇਸ ਲਈ ਆਪਾਂ 1 ਸੈਂਕੜੇ ਦੇ ਬਦਲੇ 10 ਦਹਾਈਆਂ ਹੋਰ ਲੈ ਲੈਂਦੇ ਹਾਂ। ਤਾਂ ਦਹਾਈਆਂ ਦੀ ਗਿਣਤੀ ਆਪਣੇ ਕੋਲੇ 13 ਹੋ ਜਾਂਦੀ ਹੈ ਅਤੇ ਸੈਂਕੜੇ 5 ਰਹਿ ਜਾਂਦੇ ਹਨ। ਹੁਣ 13 ਵਿੱਚੋਂ 6 ਦਹਾਈਆਂ ਘਟਾ ਲੈਂਦੇ ਹਾਂ ਤਾਂ ਆਪਣੇ ਕੋਲ ਪਿਆਰੇ ਬੱਚੋ 7 ਦਹਾਈਆਂ ਰਹਿ ਜਾਂਦੀਆਂ ਹਨ ਅਤੇ 5 ਸੈਂਕੜਿਆਂ ਵਿੱਚੋਂ 4 ਸੈਂਕੜੇ ਘਟਾ ਲੈਂਦੇ ਹਾਂ ਤਾਂ ਆਪਣੇ ਕੋਲ 1 ਸੈਂਕੜਾ ਰਹਿ ਜਾਂਦਾ ਹੈ। 1000 ਆਪਣੇ ਕੋਲੇ 7 ਹਨ ਬੱਚੋ, 1000 ਘਟਾਉਣਾ ਹੈ ਤਾਂ ਆਪਣੇ ਕੋਲੇ 6000 ਰਹਿ ਜਾਂਦੇ ਹਨ। ਤਾਂ ਪਿਆਰੇ ਬੱਚੋ ਇਹਨਾਂ ਸੰਖਿਆਵਾਂ ਦਾ ਅੰਤਰ ਹੈ ਜੋ 6174 ਆ ਜਾਂਦਾ ਹੈ। ਅੱਗੇ ਸਵਾਲ ਨੰਬਰ 11 ਕਰਦੇ ਹਾਂ। ਸੰਖਿਆ 9874 ਵਿੱਚ 8 ਦੇ ਸਥਾਨਕ ਮੁੱਲ ਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ। ਤਾਂ ਪਿਆਰੇ ਬੱਚੋ ਪਹਿਲਾਂ 9874 ਸੰਖਿਆ ਵਿੱਚ 8 ਦਾ ਸਥਾਨਕ ਮੁੱਲ ਆਪਾਂ ਦੇਖ ਲੈਂਦੇ ਹਾਂ। ਪਿਆਰੇ ਬੱਚੇ ਇਸ ਨੂੰ ਸਥਾਨਕ ਮੁੱਲ ਸਾਰਣੀ ਵਿੱਚ ਲੈ ਲੈਂਦੇ ਹਾਂ। ਤਾਂ 8 ਹੈ ਜੋ ਉਹ ਸੈਂਕੜੇ ਵਾਲੇ ਸਥਾਨ ਤੇ ਹੈ, ਯਾਨੀ ਕਿ 8 ਸੈਂਕੜੇ। 8 ਸੈਂਕੜੇ ਨਾਲ 800 ਸੰਖਿਆ ਬਣ ਜਾਂਦੀ ਹੈ। ਤਾਂ ਹੁਣ ਪਿਆਰੇ ਬੱਚੇ ਆਪਾਂ ਇਸੇ ਸੰਖਿਆ ਵਿੱਚ 7 ਦਾ ਸਥਾਨਕ ਮੁੱਲ ਦੇਖ ਲੈਂਦੇ ਹਾਂ ਕਿੰਨਾ ਹੈ। 7 ਪਿਆਰੇ ਬੱਚੋ ਦਹਾਈ ਵਾਲੇ ਸਥਾਨ ਤੇ ਹੈ, ਯਾਨੀ ਕਿ 7 ਦਹਾਈਆਂ ਹਨ। ਤਾਂ 7 ਦਹਾਈਆਂ ਨਾਲ 70 ਸੰਖਿਆ ਬਣਦੀ ਹੈ, 70 ਲਿਖ ਲੈਂਦੇ ਹਾਂ। ਤਾਂ ਹੁਣ ਪਿਆਰੇ ਬੱਚਿਓ ਆਪਾਂ 800 ਅਤੇ 70 ਦਾ ਅੰਤਰ ਪਤਾ ਕਰਨਾ ਹੈ। ਤਾਂ ਬੱਚਿਓ 800 ਲਈ ਆਪਾਂ ਕਰੰਸੀ ਨੋਟ ਲੈ ਲੈਂਦੇ ਹਾਂ 800 ਦੇ 100 ਰੁਪਏ ਦੇ 8 ਨੋਟ। ਤਾਂ ਪਹਿਲਾਂ ਆਪਾਂ ਇਕਾਈਆਂ ਘਟਾਉਣੀਆਂ ਹਨ। 0 ਇਕਾਈ ਚੋਂ 0 ਇਕਾਈ ਘਟਾਉਣੀ ਹੈ ਤਾਂ 0 ਆ ਜਾਵੇਗੀ। ਹੁਣ ਆਪਾਂ ਦਹਾਈਆਂ ਘਟਾਉਣੀਆਂ ਹਨ 7 ਪਰ ਆਪਣੇ ਕੋਲੇ ਕੋਈ ਦਹਾਈ ਨਹੀਂ ਹੈ ਇਸ ਲਈ 1 ਸੈਂਕੜੇ ਦੇ ਬਦਲੇ 10 ਦਹਾਈਆਂ ਲੈ ਲੈਂਦੇ ਹਾਂ। ਤਾਂ ਦਹਾਈਆਂ ਦੀ ਗਿਣਤੀ ਆਪਣੇ ਕੋਲੇ 10 ਹੋ ਜਾਂਦੀ ਹੈ ਅਤੇ ਸੈਂਕੜੇ 7 ਰਹਿ ਜਾਂਦੇ ਹਨ। ਤਾਂ 10 ਵਿੱਚੋਂ 7 ਦਹਾਈਆਂ ਆਪਾਂ ਘਟਾ ਲੈਂਦੇ ਹਾਂ, ਕੱਢ ਲੈਂਦੇ ਹਾਂ ਤਾਂ ਆਪਣੇ ਕੋਲੇ ਪਿਆਰੇ ਬੱਚੋ 3 ਦਹਾਈਆਂ ਰਹਿ ਜਾਂਦੀਆਂ ਹਨ। 3 ਲਿਖ ਲੈਂਦੇ ਹਾਂ। ਤਾਂ ਸੈਂਕੜੇ ਆਪਣੇ ਕੋਲੇ 7 ਹਨ, 7 ਲਿਖ ਲੈਂਦੇ ਹਾਂ। ਤਾਂ ਪਿਆਰੇ ਬੱਚਿਓ ਤਾਂ ਆਪਣੇ ਕੋਲੇ ਦੋਵਾਂ ਸੰਖਿਆਵਾਂ ਦਾ ਅੰਤਰ ਹੈ ਜੋ 730 ਆ ਜਾਂਦਾ ਹੈ। ਤਾਂ ਪਿਆਰੇ ਬੱਚਿਓ ਤੁਸੀਂ 9 ਤੋਂ ਲੈ ਕੇ 13 ਤੱਕ ਸਵਾਲ ਕਰਨੇ ਹਨ ਕਾਪੀਆਂ ਉੱਪਰ। Hello students, today we will learn something new and very interesting. Okay, let's start. Dear students, do you know days of the week? Okay, let's read them. Monday,
Tuesday, Wednesday, Thursday, Friday, Saturday, and Sunday. Okay, students, now let's learn about yesterday, today, and tomorrow. Dear students, today is the present day. Yesterday tells us about the past, about the last day. And tomorrow tells us about the future, about the coming day. Okay? Do you know what is the day today? Yes? Okay, students, today is Friday. Right? Today is Friday. Then yesterday was, let's see, yesterday was Thursday. Okay? If today is Friday, then yesterday was Thursday and tomorrow will be, let's see, tomorrow will be Saturday. Okay? Now students, let's suppose if today is Saturday. If today is Saturday, then yesterday was Friday and tomorrow will be Sunday. Right? What if today is Sunday? Let's suppose today is Sunday. If today is Sunday, then yesterday was Saturday and tomorrow will be Monday. Right? It's so easy and so interesting. Students, now tell me, do you know what is the date today? Yes? Okay, today is 24th July. Okay? If today is 24th July, then yesterday was, let's see, yesterday was 23rd July. Okay? And tomorrow will be 25th July. Okay? If today is 25th July, let us suppose students, today is 25th July. Then yesterday was 24th July and tomorrow will be 26th July. Fine? Now what if today is 26th July? If today is 26th July, then yesterday was 25th July and tomorrow will be 27th July. Right? Students, I hope you have enjoyed the class and now it's time for your homework. Dear students, your homework is to complete this table. If today is Monday, then yesterday was Sunday and tomorrow will be Tuesday. Students, one has been done for you and you have to do the rest. Okay? Do it correctly and give your best. Have a nice day ahead. ਬੱਚੋ ਤੁਸੀਂ ਪਾਠ 7ਵਾਂ ਪੌਦਿਆਂ ਦੀਆਂ ਜੜਾਂ ਪੜ੍ਹ ਚੁੱਕੇ ਹੋ। ਆਓ ਹੁਣ ਅਸੀਂ ਪ੍ਰਸ਼ਨ ਨੰਬਰ 4 ਅਤੇ 5 ਨੂੰ ਕਰੀਏ। ਪ੍ਰਸ਼ਨ ਨੰਬਰ 4 ਹੈ ਖਾਲੀ ਥਾਵਾਂ ਭਰੋ। ਆਓ ਹੁਣ ਅਸੀਂ ਕਰੀਏ। ਰੁੱਖਾਂ ਦੀਆਂ ਜੜਾਂ ਡੈਸ਼ ਵਿੱਚ ਹੁੰਦੀਆਂ ਹਨ। ਹਾਂਜੀ ਬੱਚੋ, ਰੁੱਖਾਂ ਦੀਆਂ ਜੜਾਂ ਜ਼ਮੀਨ ਵਿੱਚ ਹੁੰਦੀਆਂ ਹਨ। ਜ਼ਮੀਨ ਤੋਂ ਹੀ ਇਹ ਖਣਿਜ ਪਦਾਰਥ ਪ੍ਰਾਪਤ ਕਰ ਲੈਂਦੀਆਂ ਹਨ। ਅਗਲਾ ਹੈ ਕਚਾਲੂ ਇੱਕ ਜੜ ਹੈ। ਬੱਚੋ ਅਸੀਂ ਪਾਠ ਵਿੱਚ ਪੜ੍ਹਿਆ ਸੀਗਾ ਕਿ ਬਹੁਤ ਸਾਰੇ ਪੌਦਿਆਂ ਦੀਆਂ ਜੜਾਂ ਖਾਣਯੋਗ ਹੁੰਦੀਆਂ ਹਨ। ਉਹਨਾਂ ਵਿੱਚੋਂ ਕਚਾਲੂ ਵੀ ਇੱਕ ਹੈ। ਅੱਗੇ ਹੈ ਮੂਸਲ ਜੜ ਬਾਕੀ ਜੜਾਂ ਨਾਲੋਂ ਡੈਸ਼ ਹੁੰਦੀ ਹੈ। ਮੂਸਲ ਜੜ ਬਾਕੀ ਜੜਾਂ ਨਾਲੋਂ ਮੋਟੀ ਹੁੰਦੀ ਹੈ। ਅਗਲਾ ਹੈ
ਜੜਾਂ ਡੈਸ਼ ਨੂੰ ਸੋਖ ਲੈਂਦੀਆਂ ਹਨ। ਜੜਾਂ ਕਿਸ ਨੂੰ ਸੋਖ ਲੈਂਦੀਆਂ ਹਨ? ਜੜਾਂ ਪਾਣੀ ਨੂੰ ਸੋਖ ਲੈਂਦੀਆਂ ਹਨ। ਤੇ ਬੱਚੋ ਤੁਹਾਨੂੰ ਪਤਾ ਹੈ ਨਾ, ਪਾਣੀ ਤੋਂ ਬਿਨਾ ਕੋਈ ਵੀ ਰੁੱਖ, ਕੋਈ ਵੀ ਦਰਖਤ ਜ਼ਿੰਦਾ ਨਹੀਂ ਰਹਿ ਸਕਦਾ। ਅੱਗੇ ਹੈ ਪ੍ਰਸ਼ਨ ਨੰਬਰ 5 ਜੋ ਕਿ ਹਨ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ ਅਮਰੂਦ ਦਾ ਦਰਖਤ ਪੁੱਟਿਆ ਕਿਉਂ ਨਹੀਂ ਗਿਆ? ਬੱਚੋ ਇਸ ਦਾ ਉੱਤਰ ਹੈ ਅਮਰੂਦ ਦੇ ਦਰਖਤ ਦੀਆਂ ਜੜਾਂ ਧਰਤੀ ਵਿੱਚ ਫੈਲ ਗਈਆਂ ਸਨ। ਇਸ ਨਾਲ ਉਸ ਰੁੱਖ ਦੀ ਪਕੜ ਮਜ਼ਬੂਤ ਹੋ ਗਈ ਸੀ, ਇਸ ਕਰਕੇ ਉਸ ਨੂੰ ਪੁੱਟਿਆ ਨਹੀਂ ਜਾ ਸਕਿਆ। ਬੱਚੋ ਕੋਈ ਵੀ ਦਰਖਤ ਜਿੰਨਾ ਜ਼ਿਆਦਾ ਪੁਰਾਣਾ ਹੋ ਜਾਂਦਾ ਹੈ, ਜਿੰਨਾ ਜ਼ਿਆਦਾ ਵੱਡਾ ਹੋ ਜਾਂਦਾ ਹੈ, ਉਸ ਨੂੰ ਪੁੱਟਣਾ ਓਨਾ ਹੀ ਔਖਾ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਮੂਸਲ ਜੜ ਕੀ ਹੁੰਦੀ ਹੈ? ਇਸ ਦਾ ਉੱਤਰ ਹੈ ਮੂਸਲ ਜੜ ਸਭ ਜੜਾਂ ਨਾਲੋਂ ਮੋਟੀ ਹੁੰਦੀ ਹੈ ਅਤੇ ਇਹ ਧਰਤੀ ਵਿੱਚ ਸਿੱਧੀ ਜਾਂਦੀ ਹੈ। ਬਾਕੀ ਜਿਹੜੀਆਂ ਛੋਟੀਆਂ-ਛੋਟੀਆਂ ਜੜਾਂ ਹੁੰਦੀਆਂ ਇਸ ਦੇ ਵਿੱਚੋਂ ਹੀ ਟਾਹਣੀਆਂ ਦੇ ਰੂਪ ਵਿੱਚ ਨਿਕਲਦੀਆਂ ਹਨ। ਅਗਲਾ ਪ੍ਰਸ਼ਨ ਹੈ ਕਿਹੜੇ-ਕਿਹੜੇ ਪੌਦਿਆਂ ਦੀਆਂ ਜੜਾਂ ਖਾਧੀਆਂ ਜਾ ਸਕਦੀਆਂ ਹਨ? ਇਸ ਦਾ ਉੱਤਰ ਹੈ ਮੂਲੀ, ਸ਼ਲਗਮ, ਗਾਜਰ, ਕਚਾਲੂ, ਸ਼ਕਰਕੰਦੀ, ਸ਼ਤਾਵਰੀ ਆਦਿ। ਇਹਨਾਂ ਸਾਰਿਆਂ ਨੂੰ ਅਸੀਂ ਸਬਜ਼ੀ ਦੇ ਰੂਪ ਵਿੱਚ ਖਾਂਦੇ ਹਾਂ। ਅਗਲਾ ਪ੍ਰਸ਼ਨ ਹੈ ਰੁੱਖਾਂ ਨੂੰ ਕੱਟਣਾ ਕਿਉਂ ਨਹੀਂ ਚਾਹੀਦਾ? ਇਸ ਦਾ ਉੱਤਰ ਹੈ ਰੁੱਖਾਂ ਨੂੰ ਬਿਲਕੁਲ ਨਹੀਂ ਕੱਟਣਾ ਚਾਹੀਦਾ ਕਿਉਂਕਿ ਰੁੱਖ ਸਾਨੂੰ ਜਿਉਣ ਲਈ ਭੋਜਨ ਅਤੇ ਆਕਸੀਜਨ ਦਿੰਦੇ ਹਨ। ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਖਤਰੇ ਵਿੱਚ ਆ ਜਾਵੇਗਾ। ਜਿਵੇਂ ਕਿ ਬੱਚੋ ਤੁਸੀਂ ਇਸ ਤਸਵੀਰ 'ਚ ਦੇਖ ਰਹੇ ਹੋ ਕਿ ਰੁੱਖਾਂ ਤੋਂ ਬਿਨਾਂ ਧਰਤੀ ਬਿਲਕੁਲ ਬੰਜਰ ਬਣ ਜਾਏਗੀ, ਰੇਗਿਸਤਾਨ ਬਣ ਜਾਏਗੀ ਤੇ ਮਨੁੱਖ ਵੀ ਜ਼ਿੰਦਾ ਨਹੀਂ ਰਹਿ ਸਕਦਾ। ਹੁਣ ਵਾਰੀ ਹੈ ਘਰ ਦਾ ਕੰਮ ਲੈਣ ਦੀ। ਸਾਰੇ ਬੱਚੇ ਆਪਣੀ ਆਪਣੀ ਕਾਪੀ ਤੇ ਘਰ ਦਾ ਕੰਮ ਨੋਟ ਕਰ ਲਓ। ਅੱਜ ਕਰਵਾਏ ਗਏ ਪ੍ਰਸ਼ਨ ਉੱਤਰ ਅਤੇ ਖਾਲੀ ਥਾਵਾਂ ਨੂੰ ਕਾਪੀ ਵਿੱਚ ਲਿਖੋ। ਇਸ ਦੇ ਨਾਲ ਹੀ ਆਪਣੇ ਘਰ ਇੱਕ ਪੌਦਾ ਲਗਾਓ ਅਤੇ ਉਸ ਦੀ ਦੇਖਭਾਲ ਕਰੋ। ਜਮਾਤ ਪੰਜਵੀਂ, ਵਿਸ਼ਾ ਪੰਜਾਬੀ, ਪਾਠ 7 ਸਤਰੰਗੀ ਤਿਤਲੀ। ਸ਼ਬਦਾਂ ਦੇ ਲਿੰਗ ਬਦਲੋ। ਬੇਟਾ ਅੱਜ ਆਪਾਂ ਪਾਠ ਦੇ ਅਭਿਆਸ ਵਿੱਚੋਂ ਲਿੰਗ ਬਦਲੋ ਕਰਾਂਗੇ। ਜਿਸ ਸ਼ਬਦ ਤੋਂ ਸਾਨੂੰ ਕਿਸੇ ਜੀਵ ਦੇ ਪੁਰਖ ਜਾਂ ਇਸਤਰੀ ਰੂਪ ਦਾ ਪਤਾ ਲੱਗਦਾ ਹੈ ਉਸ ਨੂੰ ਲਿੰਗ ਕਹਿੰਦੇ ਹਨ। ਇਹ ਸਾਰੇ ਸ਼ਬਦ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੇ ਜਾਂਦੇ ਹਨ, ਜਿਵੇਂ ਪੁਰਖ ਜਾਤੀ ਮੁੰਡਾ, ਪਿਤਾ, ਭਰਾ, ਗੱਭਰੂ, ਮੋਰ। ਇਸਤਰੀ ਜਾਤੀ ਕੁੜੀ, ਮਾਤਾ, ਭੈਣ, ਮੁਟਿਆਰ, ਮੋਰਨੀ। ਬੱਚਿਓ ਬਿਲਕੁਲ ਇਸੇ ਤਰ੍ਹਾਂ ਤੁਸੀਂ ਦਿਖਾਏ ਜਾਂਦੇ ਸਾਰੇ ਸ਼ਬਦਾਂ ਨੂੰ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਅਤੇ ਉਸ ਸ਼ਬਦ ਦੇ ਲਿੰਗ ਦੀ ਪਹਿਚਾਣ ਕਰਕੇ ਉਸ ਨੂੰ ਦੂਸਰੇ ਲਿੰਗ ਵਿੱਚ ਬਦਲਣਾ ਹੈ। ਭਾਵ ਪੁਰਖ ਜਾਤੀ ਦੇ ਸ਼ਬਦ ਨੂੰ ਇਸਤਰੀ ਜਾਤੀ ਦੇ ਸ਼ਬਦ ਵਿੱਚ ਅਤੇ ਇਸਤਰੀ ਜਾਤੀ ਦੇ ਸ਼ਬਦ ਨੂੰ ਪੁਰਖ ਜਾਤੀ ਦੇ ਸ਼ਬਦ ਵਿੱਚ ਬਦਲਣਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਪੁਲਿੰਗ ਮੁੰਡਾ, ਇਸਤਰੀ ਲਿੰਗ ਕੁੜੀ। ਪੁਲਿੰਗ ਅਧਿਆਪਕ, ਇਸਤਰੀ ਲਿੰਗ ਅਧਿਆਪਕਾ। ਪੁਲਿੰਗ ਭਰਾ, ਇਸਤਰੀ ਲਿੰਗ ਭੈਣ। ਪੁਲਿੰਗ ਡਾਕਟਰ, ਇਸਤਰੀ ਲਿੰਗ ਡਾਕਟਰਨੀ। ਪੁਲਿੰਗ ਬੁੱਢਾ, ਇਸਤਰੀ ਲਿੰਗ ਬੁੱਢੀ। ਪੁਲਿੰਗ ਰੱਸਾ, ਇਸਤਰੀ ਲਿੰਗ ਰੱਸੀ। ਪੁਲਿੰਗ ਗੱਭਰੂ, ਇਸਤਰੀ ਲਿੰਗ ਮੁਟਿਆਰ। ਪੁਲਿੰਗ ਆਦਮੀ, ਇਸਤਰੀ ਲਿੰਗ ਔਰਤ। ਪੁਲਿੰਗ ਬਲਦ,
स्त्रीलिंग गां, पुलिंग कबूतर, स्त्रीलिंग कबूतरी, पुलिंग सप, स्त्रीलिंग सपनी, पुलिंग राजा, स्त्रीलिंग राणी, पुलिंग देवता, स्त्रीलिंग देवी, पुलिंग लाड़ा, स्त्रीलिंग लाड़ी, पुलिंग बांदर, स्त्रीलिंग बांदरी, पुलिंग पिता, स्त्रीलिंग माता। बेटा ਆਪਾਂ ਪੁਰਖ ਜਾਤੀ ਦੇ ਸ਼ਬਦਾਂ ਨੂੰ ਇਸਤਰੀ ਜਾਤੀ ਦੇ ਸ਼ਬਦਾਂ ਵਿੱਚ ਬਦਲਣ ਬਾਰੇ ਸਿੱਖਿਆ ਹੈ। ਬਿਲਕੁਲ ਇਸੇ ਤਰ੍ਹਾਂ ਹੁਣ ਆਪਾਂ ਇਸਤਰੀ ਜਾਤੀ ਦੇ ਸ਼ਬਦਾਂ ਨੂੰ ਪੁਰਖ ਜਾਤੀ ਦੇ ਸ਼ਬਦਾਂ ਵਿੱਚ ਬਦਲਾਂਗੇ। ਜਿਵੇਂ ਇਸਤਰੀਲਿੰਗ ਪੁਲਿੰਗ, ਬਿੱਲੀ ਬਿੱਲਾ, बेटी बेटा, नानी नाना, ਭੂਆ ਫੁੱਫੜ, ਧੀ ਜਵਾਈ। ਇਹਨਾਂ ਸਾਰੇ ਸ਼ਬਦਾਂ ਵਿੱਚ ਅਸੀਂ ਦੇਖਿਆ ਹੈ ਕਿ ਬਿੱਲੀ, ਬੇਟੀ, ਨਾਨੀ, ਭੂਆ ਅਤੇ ਧੀ ਇਹ ਸਾਰੇ ਸ਼ਬਦ ਇਸਤਰੀ ਜਾਤੀ ਨਾਲ ਸੰਬੰਧ ਰੱਖਦੇ ਹਨ ਅਤੇ ਬਿੱਲਾ, ਬੇਟਾ, ਨਾਨਾ, ਫੁੱਫੜ ਅਤੇ ਜਵਾਈ ਇਹ ਸਾਰੇ ਸ਼ਬਦ ਪੁਰਸ਼ ਜਾਤੀ ਨਾਲ ਸੰਬੰਧਿਤ ਹਨ। ਘਰ ਦਾ ਕੰਮ ਸ਼ਬਦਾਂ ਦੇ ਲਿੰਗ ਬਦਲੋ। ਮਾਸੀ, ਭੂਆ, ਮਾਮੀ, ਬੱਕਰੀ, ਕੀੜੀ, ਪਿਤਾ, ਤਾਇਆ, ਮੁੰਡਾ, ਸ਼ੇਰ, ਬੱਚਾ। ਪਿਆਰੇ ਬੱਚਿਓ, ਤੁਸੀਂ ਇਹਨਾਂ ਸਾਰੇ ਸ਼ਬਦਾਂ ਦੇ ਲਿੰਗ ਬਦਲ ਕੇ ਇਹਨਾਂ ਸ਼ਬਦਾਂ ਨੂੰ ਸੋਹਣਾ ਸੋਹਣਾ ਕਰਕੇ ਆਪਣੀਆਂ ਕਾਪੀਆਂ 'ਤੇ ਲਿਖਣਾ ਹੈ ਅਤੇ ਨਾਲ ਹੀ ਪੜ੍ਹਨ ਦਾ ਅਭਿਆਸ ਵੀ ਕਰਨਾ ਹੈ। ਪਿਆਰੇ ਬੱਚਿਓ, ਜਮਾਤ ਪੰਜਵੀਂ ਵਿਸ਼ਾ ਗਣਿਤ ਦੇ ਅਧਿਆਇ 2 ਵਿੱਚ ਅੱਜ ਆਪਾਂ 2 ਅੰਕੀ ਸੰਖਿਆਵਾਂ ਦੀ ਗੁਣਾ ਸਿੱਖਾਂਗੇ। ਪਿਆਰੇ ਬੱਚਿਓ, ਤੁਹਾਨੂੰ ਯਾਦ ਹੈ ਕੱਲ ਆਪਾਂ ਵੱਖ-ਵੱਖ ਤਰੀਕੇ ਨਾਲ ਗੁਣਾ ਕਰਨੀ ਸਿੱਖੀ ਸੀ। ਆਪਾਂ ਕੱਲ 2 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨੀ ਸਿੱਖੀ ਤੇ ਅੱਜ ਆਪਾਂ 2 ਅੰਕਾਂ ਨੂੰ 2 ਅੰਕਾਂ ਨਾਲ ਗੁਣਾ ਕਰਨੀ ਸਿੱਖਾਂਗੇ। ਚਲੋ ਸਿੱਖੀਏ ਗੁਣਾ। ਕੱਲ ਆਪਾਂ 12 ਨੂੰ 10 ਅਤੇ 2 ਵਿੱਚ ਤੋੜ ਕੇ 3 ਨਾਲ ਗੁਣਾ ਕਰਨਾ ਸਿੱਖਿਆ ਸੀ ਬੱਚਿਓ। ਅੱਜ ਆਪਣੇ ਕੋਲ ਵੱਖ-ਵੱਖ ਰੰਗਾਂ ਦੇ ਹੋਰ ਖਾਨੇ ਹਨ। ਆਪਾਂ ਇਹਨਾਂ ਸਾਰੇ ਖਾਨਿਆਂ ਦੀ ਮਦਦ ਦੇ ਨਾਲ ਅੱਜ 12 ਨੂੰ 13 ਨਾਲ ਗੁਣਾ ਕਰਨੀ ਸਿੱਖਾਂਗੇ। ਖੱਬੇ ਤੋਂ ਸੱਜੇ ਪਾਸੇ ਵੱਲ ਚਿੱਟੇ ਰੰਗ ਦੇ ਖਾਨੇ 1 2 3 4 5 6 7 8 9 10 ਹਨ ਅਤੇ ਉੱਪਰ ਤੋਂ ਹੇਠਾਂ ਵੱਲ 1 2 3 4 5 6 7 8 9 10 ਖਾਨੇ ਹਨ। ਇਸ ਦਾ ਮਤਲਬ ਸਾਡੇ ਕੋਲ 10 ਗੁਣਾ 10 ਬਰਾਬਰ 100 ਖਾਨੇ ਹਨ ਅਤੇ ਇਸੇ ਪ੍ਰਕਾਰ ਪੀਲੇ ਰੰਗ ਦੇ ਖਾਨੇ ਸਾਡੇ ਕੋਲ ਖੱਬੇ ਤੋਂ ਸੱਜੇ ਵੱਲ 2 ਅਤੇ ਉੱਪਰ ਤੋਂ ਹੇਠਾਂ ਵੱਲ 1 2 3 4 5 6 7 8 9 10 ਹਨ। ਪਿਆਰੇ ਬੱਚਿਓ, ਸਾਡੇ ਕੋਲ ਪੀਲੇ ਰੰਗ ਦੇ ਕਿੰਨੇ ਖਾਨੇ ਹਨ? ਵੈਰੀ ਗੁੱਡ। 2 ਗੁਣਾ 10 ਬਰਾਬਰ 20। ਖੱਬੇ ਤੋਂ ਸੱਜੇ ਵੱਲ ਸੰਤਰੀ ਖਾਨੇ 1 2 3 4 5 6 7 8 9 10 ਹਨ। ਉੱਪਰ ਤੋਂ ਹੇਠਾਂ ਵੱਲ 1 2 3। ਇਸ ਦਾ ਮਤਲਬ ਸਾਡੇ ਕੋਲ 10 ਗੁਣਾ 3 ਬਰਾਬਰ 30 ਖਾਨੇ ਹਨ ਅਤੇ ਨੀਲੇ ਖਾਨੇ ਖੱਬੇ ਤੋਂ ਸੱਜੇ 2 ਉੱਪਰ ਤੋਂ ਹੇਠਾਂ ਵੱਲ 3 ਹਨ। ਇਸ ਦਾ ਮਤਲਬ ਸਾਡੇ ਕੋਲ 2 ਗੁਣਾ 3 ਬਰਾਬਰ 6 ਖਾਨੇ ਹਨ। ਹੁਣ ਆਪਾਂ ਇਹਨਾਂ ਸਾਰੇ ਖਾਨਿਆਂ ਨੂੰ ਆਪਸ ਦੇ ਵਿੱਚ ਜੋੜ ਕੇ ਦੇਖਦੇ ਹਾਂ। ਖੱਬੇ ਤੋਂ ਸੱਜੇ ਪਾਸੇ ਵੱਲ ਸਾਡੇ ਕੋਲ 10 ਜਮਾ 2 12 ਖਾਨੇ ਹਨ ਅਤੇ ਉੱਪਰ ਤੋਂ ਹੇਠਾਂ ਵੱਲ 10 ਜਮਾ 3 13 ਖਾਨੇ ਹਨ। ਸਾਡੇ ਕੋਲ 100 ਜਮਾ 20 ਜਮਾ 30 ਜਮਾ 6 ਬਰਾਬਰ 140
56 ਖਾਨੇ ਹਨ। ਬੱਚਿਓ ਸਾਡੇ ਕੋਲ 12 ਗੁਣਾ 13 ਬਰਾਬਰ 156 ਖਾਨੇ ਹਨ। ਪਿਆਰੇ ਬੱਚਿਓ ਹੁਣ ਅਸੀਂ ਇਸ ਨੂੰ ਲਿਖਣ ਦਾ ਤਰੀਕਾ ਸਿੱਖਦੇ ਹਾਂ। ਅਸੀਂ 12 ਨੂੰ 10 ਅਤੇ 2 ਵਿੱਚ ਤੋੜਿਆ ਹੈ ਅਤੇ ਇਸੇ ਪ੍ਰਕਾਰ ਅਸੀਂ 13 ਨੂੰ 10 ਅਤੇ 3 ਵਿੱਚ ਤੋੜ ਕੇ ਗੁਣਾ ਕਰ ਰਹੇ ਹਾਂ। ਸਾਡੇ ਕੋਲ ਚਿੱਟੇ ਰੰਗ ਦੇ ਕਿੰਨੇ ਖਾਨੇ ਹਨ? 100। 10 ਦਾ ਆ ਕਿੰਨਾ ਹੁੰਦਾ ਹੈ? 100। ਪੀਲੇ ਰੰਗ ਦੇ ਸਾਡੇ ਕੋਲ 20 ਖਾਨੇ ਹਨ ਤੇ ਇਧਰ ਵੀ 2 ਗੁਣਾ 10। ਵੈਰੀ ਗੁੱਡ। 20। ਸੰਤਰੀ ਰੰਗ ਦੇ 30 ਖਾਨੇ ਸਨ ਤੇ ਇਸ ਪਾਸੇ ਵੀ 10 ਤੀਆ 30 ਹੈ ਅਤੇ ਨੀਲੇ ਰੰਗ ਦੇ 6 ਖਾਨੇ ਸਨ ਅਤੇ ਇਸ ਪਾਸੇ ਵੀ 2 ਤੀਏ 6। ਬੱਚਿਓ ਸਾਡੇ ਕੋਲ 100 ਜਮਾ 20 120 ਅਤੇ 30 ਜਮਾ 6 36। 120 ਜਮਾ 36 ਬਰਾਬਰ ਹੈ 156। ਸਾਡੇ ਕੋਲ ਜੋੜ ਦਾ ਉੱਤਰ ਵੀ 156 ਆਇਆ ਸੀ ਅਤੇ ਗੁਣਾ ਦਾ ਉੱਤਰ ਵੀ ਆਇਆ ਹੈ 156। ਬੱਚਿਓ ਹੁਣ ਅਸੀਂ ਇਸ ਦਾ ਹੋਰ ਤਰੀਕਾ ਸਿੱਖਦੇ ਹਾਂ। ਸਾਡੇ ਕੋਲ 2 ਇਕਾਈਆਂ ਅਤੇ 1 ਦਹਾਈ ਭਾਵ 12 ਹੈ। ਅਸੀਂ 12 ਨੂੰ ਗੁਣਾ ਕਰਨਾ ਹੈ 3 ਇਕਾਈਆਂ ਅਤੇ 1 ਦਹਾਈ 13 ਨਾਲ। 3 ਗੁਣਾ 2 ਬਰਾਬਰ ਹੈ 6। 3 ਗੁਣਾ 1 ਬਰਾਬਰ 3। ਪਿਆਰੇ ਬੱਚਿਓ ਅਸੀਂ 3 ਇਕਾਈਆਂ ਦੀ ਗੁਣਾ ਕਰ ਲਈ ਹੈ। ਹੁਣ ਅਸੀਂ 1 ਦਹਾਈ ਦੀ ਗੁਣਾ ਕਰਨੀ ਹੈ। ਇਸ ਲਈ ਇਕਾਈ ਦੇ ਸਥਾਨ ਤੇ ਹੁਣ ਅਸੀਂ 0 ਰੱਖਦੇ ਹਾਂ। ਪਿਆਰੇ ਬੱਚਿਓ ਹੁਣ ਅਸੀਂ 1 ਗੁਣਾ 2 ਬਰਾਬਰ 2 ਰੱਖ ਰਹੇ ਹਾਂ। 1 ਗੁਣਾ 1 1। 6 ਜਮਾ 0 ਬਰਾਬਰ 6। 3 ਜਮਾ 2 ਬਰਾਬਰ ਹੈ 5 ਅਤੇ 1। ਸਾਡੇ ਕੋਲ ਉੱਤਰ ਆਇਆ 156। ਬੱਚਿਓ ਇਸ ਪਾਸੇ ਵੀ ਸਾਡੇ ਕੋਲ 100 ਜਮਾ 20 120 ਹੈ ਅਤੇ 30 ਜਮਾ 6 ਬਰਾਬਰ 36। 120 ਜਮਾ 36 ਬਰਾਬਰ ਹੈ 156। ਦੋਨੇ ਪਾਸੇ ਉੱਤਰ 156 ਹੈ। ਪਿਆਰੇ ਬੱਚਿਓ ਅੱਜ ਆਪਾਂ ਵੱਖ-ਵੱਖ ਤਰੀਕੇ ਨਾਲ 2 ਅੰਕੀ ਸੰਖਿਆਵਾਂ ਦੀ ਗੁਣਾ ਕਰਨੀ ਸਿੱਖੀ ਹੈ। ਅਸੀਂ ਸੰਖਿਆ ਨੂੰ ਤੋੜ ਕੇ ਅਤੇ ਫਿਰ ਜੋੜ ਕੇ ਗੁਣਾ ਕਰਨ ਦਾ ਤਰੀਕਾ ਸਿੱਖਿਆ ਹੈ। ਬੱਚਿਓ ਸਾਡੇ ਕੋਲ ਖਾਨਿਆਂ ਦੇ ਨਾਲ ਗੁਣਾ ਸਿੱਖਿਆ ਵੀ ਉੱਤਰ ਆਇਆ 156 ਅਤੇ ਜਦੋਂ ਇਸ ਦਾ ਲਿਖਣ ਤਰੀਕਾ ਸਿੱਖਿਆ ਉਦੋਂ ਵੀ 156 ਉੱਤਰ ਆਇਆ ਅਤੇ ਇਸ ਪਾਸੇ ਵੀ ਸਾਡੇ ਕੋਲ ਗੁਣਾ ਦਾ ਉੱਤਰ 156 ਹੈ। ਪਿਆਰੇ ਬੱਚਿਓ ਇਸੇ ਪ੍ਰਕਾਰ ਤੁਸੀਂ ਘਰ ਵਿੱਚ ਵੱਖ-ਵੱਖ ਤਰੀਕੇ ਨਾਲ ਗੁਣਾ ਨੂੰ ਸਿੱਖਣ ਦਾ ਅਭਿਆਸ ਕਰਨਾ ਹੈ। ਪੜ੍ਹਦੇ ਰਹੋ, ਵਧਦੇ ਰਹੋ। ਧੰਨਵਾਦ। Hello children, today I have something very interesting for you. It's a magic box. Come, let's see what is there in it. Children, here's the magic box. Let's see. Oh, it's a caterpillar. There's a caterpillar in the box. Caterpillar is in the box. Now caterpillar is out of the box and wants to sit in front of the box. Caterpillar is in front of the box. It is afraid. It moves behind the box. It moves behind the box. Caterpillar is behind the box. It is still afraid, children. It wants to go under the box. Now it is
under the box. Caterpillar is under the box, children. Come out, don't be afraid. Come out and sit on the table. Now caterpillar is on the table. It is on the table. Now caterpillar jumps down, and now it is between the box and the table. Between the box and the table. It is very happy, children. It wants to play. So it plays with the ball. It plays with the ball. Now children, caterpillar moves at the corner. It moves at the corner. Children, all these words are called prepositions. These are prepositions. Let us take some more examples. Children, water is in the bottle. Water is in the bottle. Here is a jar. This is a ball. Ball is in the jar. Children, this is my purse. My money is in my purse. My money is in my purse. Students, now man is standing under the tree. Man is standing under the tree. Here, the caterpillar is under the table. Caterpillar is under the table. Here, my book is under the lamp. My book is under the lamp. Children, now monkey. Monkey is on the tree. Monkey is on the tree. I have a cup. Cup is on the table. Cup is on the table. Now, see here, hat is on the head. Hat is on the head. Children, I draw with my pencil. I draw with my pencil. And now I eat with a spoon. I eat with a spoon. We also cut with the knife. We cut with the knife. Children, this is your homework. You will fill up the blanks with the prepositions we have done, like in, on. See, 2 I have done for you. Rest you will complete. Keep learning. Thank you. ਪਿਆਰੇ ਬੱਚਿਓ, ਤੁਸੀਂ ਵਾਤਾਵਰਣ ਸਿੱਖਿਆ ਦਾ ਪਾਠ 6 ਧਰਤੀ ਸਾਡਾ ਵੀ ਘਰ ਪੜ੍ਹ ਚੁੱਕੇ ਹੋ। ਅੱਜ ਅਸੀਂ ਉਸ ਪਾਠ ਦੇ ਪ੍ਰਸ਼ਨ ਉੱਤਰ ਅਤੇ ਮਿਲਾਨ ਕਰਾਂਗੇ। ਹਾਂਜੀ, ਕਰੀਏ ਸ਼ੁਰੂ। ਹਾਂਜੀ, ਪ੍ਰਸ਼ਨ, ਘਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਕੀ ਹੈ? ਹਾਂਜੀ ਬੱਚੋ, ਪ੍ਰਸ਼ਨ ਤੋਂ ਤੁਹਾਨੂੰ ਸਮਝ ਲੱਗ ਗਿਆ ਪ੍ਰਸ਼ਨ ਦਾ ਕੀ ਮਤਲਬ ਹੈ? ਚਲੋ ਜੀ ਉੱਤਰ ਕਰੀਏ। ਉੱਤਰ, ਘਰੇਲੂ ਚਿੜੀ ਦੀ ਗਿਣਤੀ ਘਟਣ ਦਾ ਮੁੱਖ ਕਾਰਨ ਇਹਨਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ ਹੈ। ਪਹਿਲਾਂ ਕੱਚੇ ਘਰਾਂ ਵਿੱਚ ਚਿੜੀਆਂ ਆਲਣੇ ਬਣਾ ਲੈਂਦੀਆਂ ਸਨ। ਹੁਣ ਤਾਂ ਵਧੇਰੇ ਘਰ ਪੱਕੇ ਹਨ। ਰੁੱਖਾਂ ਦੀ ਵੀ ਘਾਟ ਹੁੰਦੀ ਜਾ ਰਹੀ ਹੈ।
ਬੱਚਿਓ ਜਿਵੇਂ ਕਿ ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ, ਪਹਿਲਾਂ ਘਰ ਕੱਚੇ ਹੁੰਦੇ ਸਨ ਅਤੇ ਚਿੜੀਆਂ ਆਲਣੇ ਆਸਾਨੀ ਨਾਲ ਬਣਾ ਲੈਂਦੀਆਂ ਸਨ। ਹੁਣ ਘਰ ਪੱਕੇ ਬਣ ਗਏ ਹਨ ਅਤੇ ਚਿੜੀਆਂ ਦੇ ਆਲਣੇ ਬਣਾਉਣੇ ਔਖੇ ਹੋ ਗਏ ਹਨ। ਹਾਂਜੀ ਬੱਚਿਓ, ਅਗਲਾ ਪ੍ਰਸ਼ਨ, ਬਾਗ परियोजना ਕੀ ਹੈ? ਹਾਂਜੀ, ਇਸ ਦਾ ਉੱਤਰ ਆਵੇਗਾ ਬਾਗ परियोजना ਬੱਚਿਓ 1 ਅਪ੍ਰੈਲ 1973 ਨੂੰ ਸ਼ੁਰੂ ਕੀਤੀ ਗਈ। ਇਸ ਦਾ ਉਦੇਸ਼ ਬਾਗਾਂ ਦੇ ਸ਼ਿਕਾਰ ਕਰਨ ਤੇ ਰੋਕ ਲਾਉਣਾ ਅਤੇ ਉਹਨਾਂ ਦੇ ਰਹਿਣ ਲਈ ਸੁਰੱਖਿਅਤ ਇਲਾਕੇ ਦੀ ਨਿਸ਼ਾਨਦੇਹੀ ਕਰਨਾ ਹੈ। ਬੱਚਿਓ, ਬਾਗ परियोजना ਦਾ ਮੁੱਖ ਉਦੇਸ਼ ਬਾਗਾਂ ਦੇ ਸ਼ਿਕਾਰ ਕਰਨ ਤੇ ਰੋਕ ਲਗਾਉਣਾ ਹੈ। ਹਾਂਜੀ, ਅਗਲਾ ਪ੍ਰਸ਼ਨ, ਬਾਗ ਅਤੇ ਚੀਤੇ ਵਿੱਚ ਕੀ ਅੰਤਰ ਹੈ? ਹਾਂਜੀ ਬੱਚਿਓ, ਇਹ ਤਸਵੀਰ ਕਿਸ ਦੀ ਹੈ? ਹਾਂਜੀ, ਬਾਗ ਦੀ। ਅਤੇ ਇਹ ਤਸਵੀਰ ਜੀ ਬਿਲਕੁਲ ਸਹੀ, ਚੀਤੇ ਦੀ। ਚਲੋ ਜੀ, ਇਹਨਾਂ ਵਿੱਚ ਜੋ ਅੰਤਰ ਹੈ ਉਸ ਬਾਰੇ ਦੇਖੀਏ। ਬਾਗ ਦੇ ਸਰੀਰ ਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ, ਚੀਤੇ ਦੇ ਸਰੀਰ ਤੇ ਕਾਲੀਆਂ ਚਿੱਟੀਆਂ ਹੁੰਦੀਆਂ ਹਨ। ਬੱਚਿਓ, ਜਿਵੇਂ ਕਿ ਗੋਲ ਗੋਲ ਧੱਬੇ ਦਿਖਾਈ ਦੇ ਰਹੇ ਹਨ ਅਤੇ ਬਾਗ ਦੇ ਸਰੀਰ ਤੇ ਜੋ ਕਾਲੀਆਂ ਧਾਰੀਆਂ ਹਨ ਉਹ ਦਿਖਾਈ ਦੇ ਰਹੀਆਂ ਹਨ। ਬਾਗ ਦਾ ਭਾਰ ਜ਼ਿਆਦਾ ਹੁੰਦਾ ਹੈ, ਚੀਤੇ ਦਾ ਭਾਰ ਬਾਗ ਨਾਲੋਂ ਘੱਟ ਹੁੰਦਾ ਹੈ। ਬਾਗ ਜ਼ਿਆਦਾ ਤਾਕਤਵਰ ਹੁੰਦਾ ਹੈ, ਚੀਤਾ ਬਾਗ ਨਾਲੋਂ ਘੱਟ ਤਾਕਤਵਰ ਹੁੰਦਾ ਹੈ। ਬਾਗ ਘੱਟ ਫੁਰਤੀਲਾ ਹੁੰਦਾ ਹੈ, ਚੀਤਾ ਜ਼ਿਆਦਾ ਫੁਰਤੀਲਾ ਹੁੰਦਾ ਹੈ। ਬੱਚਿਓ, ਇਸ ਦੇ ਦੌੜਨ ਦੀ ਰਫ਼ਤਾਰ ਚੀਤੇ ਦੀ ਜ਼ਿਆਦਾ ਹੁੰਦੀ ਹੈ। ਹਾਂਜੀ ਬੱਚਿਓ, ਇਹ ਸਨ ਆਪਣੇ ਪ੍ਰਸ਼ਨ ਉੱਤਰ। ਅੱਗੇ ਕਰੀਏ ਮਿਲਾਨ ਕਰੋ। ਹੇਠਾਂ ਦਿੱਤੇ ਬਾਗ ਰਿਜ਼ਰਵ ਦਾ ਸੰਬੰਧਿਤ ਰਾਜ ਨਾਲ ਮਿਲਾਨ ਕਰੋ। ਹਾਂਜੀ ਬੱਚਿਓ, ਪਹਿਲਾ ਕੀ ਹੈ? ਜਿਮ ਕਾਰਬੇਟ। ਹਾਂਜੀ, ਬਿਲਕੁਲ ਸਹੀ। ਇਸ ਦਾ ਉੱਤਰ ਆਵੇਗਾ ਉੱਤਰਾਖੰਡ। ਜਿਮ ਕਾਰਬੇਟ ਨੂੰ ਅਸੀਂ ਉੱਤਰਾਖੰਡ ਨਾਲ ਮਿਲਾ ਦੇਵਾਂਗੇ। ਅੱਗੇ ਸੁੰਦਰਬਨ। ਸੁੰਦਰਬਨ ਦਾ ਕਿੱਥੇ ਹੈ? ਪੱਛਮੀ ਬੰਗਾਲ। ਬਿਲਕੁਲ ਸਹੀ, ਇਸ ਨੂੰ ਅਸੀਂ ਪੱਛਮੀ ਬੰਗਾਲ ਨਾਲ ਮਿਲਾ ਦੇਵਾਂਗੇ। ਹਾਂਜੀ, ਅੱਗੇ ਹੈ ਬਾਂਦੀਪੁਰ। ਬਾਂਦੀਪੁਰ ਨੂੰ ਅਸੀਂ ਕਰਨਾਟਕ ਨਾਲ ਮਿਲਾ ਦੇਵਾਂਗੇ। ਹਾਂਜੀ, ਅੱਗੇ ਹੈ ਕਾਨਾ। ਕਾਨਾ ਕਿੱਥੇ ਹੈ ਬੱਚਿਓ? ਜੀ ਹਾਂ, ਮੱਧ ਪ੍ਰਦੇਸ਼। ਇਸ ਨੂੰ ਅਸੀਂ ਮੱਧ ਪ੍ਰਦੇਸ਼ ਨਾਲ ਮਿਲਾ ਦੇਵਾਂਗੇ। ਹਾਂਜੀ ਬੱਚਿਓ, ਇਹ ਸਨ ਸਾਡੇ ਮਿਲਾਨ ਕਰੋ। ਅੱਗੇ ਆ ਗਈ ਘਰ ਦੇ ਕੰਮ ਦੀ ਵਾਰੀ। ਬੱਚਿਓ, ਘਰੋਂ ਤੁਸੀਂ ਇਹ ਖਾਲੀ ਥਾਵਾਂ ਜੋ ਤੁਹਾਡੀ ਪੁਸਤਕ ਦੇ ਪੰਨਾ ਨੰਬਰ 38 ਤੇ ਹਨ, ਉਹਨਾਂ ਨੂੰ ਹੱਲ ਕਰਕੇ ਸੁੰਦਰ ਲਿਖਾਈ 'ਚ ਆਪਣੀ ਕਾਪੀ ਤੇ ਨੋਟ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਲਿਖਾਈ ਬਾਰੇ ਆਪਾਂ ਗੱਲ ਕਰਦੇ ਪਏ ਆਂ ਔਰ ਅੱਜ ਆਪਾਂ 7ਵੇਂ ਸੈੱਟ ਦੇ ਆਖਰੀ ਅੱਖਰ ਐੜਾ ਦੇ ਉੱਤੇ ਪਹੁੰਚ ਗਏ ਆਂ। ਸਾਰੇ ਬੱਚੇ ਧਿਆਨ ਨਾਲ ਦੇਖੋ, ਐੜਾ ਅੱਖਰ ਦੀ ਬਣਤਰ ਹੈ ਜਿਹੜੀ ਉਹ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਸਭ ਤੋਂ ਪਹਿਲੇ ਸਟੈਪ ਦੇ ਉੱਤੇ ਬੇਟਾ ਅਸੀਂ ਕੀ ਕਰਨਾ ਹੈ? ਉੱਪਰਲੇ ਪਾਸੇ 7ਵੇਂ ਸੈੱਟ ਦਾ ਤੀਜਾ ਤੇ ਆਖਰੀ ਅੱਖਰ ਉੱਪਰਲੇ ਪਾਸੇ ਅਸੀਂ ਛੋਟੀ ਜਿਹੀ ਰੇਖਾ ਲੈ ਲਵਾਂਗੇ। ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਾਂਗੇ? ਹਲਕੀ ਜਿਹੀ, ਬੱਚੇ ਜਿਵੇਂ ਆਪਾਂ ਪੱਪੇ 'ਚ ਤੇ ਸੱਸੇ 'ਚ ਕਰਵ ਦਿੱਤੀ ਸੀ, ਇੱਥੋਂ ਹਲਕੀ ਜਿਹੀ ਅੰਦਰ ਨੂੰ ਕਰਵ ਦਿੰਦੇ ਹੋਏ ਅੱਧ ਤੋਂ ਮਾਮੂਲੀ ਜਿਹਾ ਥੱਲੇ, ਔਰ ਇੱਥੋਂ ਬੇਟਾ ਅਸੀਂ ਘੁੰਮ ਕੇ, ਇੱਥੋਂ ਘੁੰਮ ਕੇ ਇਸ ਬਿੰਦੂ ਤੇ ਅੱਖ ਨਾ ਬਣਾਉਂਦੇ ਹੋਏ ਬਿਲਕੁਲ ਉੱਪਰ ਟੱਚ ਨਹੀਂ ਕਰਾਂਗੇ ਬੇਟਾ, 1 ਪੁਆਇੰਟ ਥੱਲੇ ਰਹਿ ਜਾਊਗਾ। ਔਰ ਆਹ ਧਿਆਨ ਰੱਖਣਾ, ਆਹ ਜਿਹੜੀ ਕਰਵ ਇਹਦਾ ਉਭਾਰ ਆ ਜਿਹੜਾ ਉੱਪਰ ਨੂੰ, ਆਹ ਪੁਆਇੰਟ ਇਸ ਪੁਆਇੰਟ ਨਾਲੋਂ ਇਧਰਲੇ ਪਾਸੇ ਨੂੰ ਹੋਣਾ ਚਾਹੀਦਾ। ਇੱਥੇ ਬਿਲਕੁਲ ਉੱਪਰ ਟੱਚ ਪੁਆਇੰਟ ਨਹੀਂ ਕਰਦਾ। ਇੱਥੇ ਫਿਰ ਬੇਟਾ ਪੱਪੇ ਵਾਲਾ ਜਾਂ ਸੱਸੇ ਵਾਲਾ ਹਲਕੀ ਜਿਹੀ ਅੰਦਰ ਨੂੰ ਕਰਵ ਦਿੰਦੇ ਹੋਏ ਫਿਰ ਅਸੀਂ ਥੱਲੇ ਆ ਗਏ। ਥੱਲੇ ਆ ਕੇ ਬੇਟਾ ਇੱਥੋਂ ਫਿਰ ਅਸੀਂ ਅੱਖ ਨਾ ਬਣਾਉਂਦੇ ਹੋਏ ਬਾਹਰ, ਔਰ ਆਹ ਰੇਖਾ ਜਿਹੜੀ ਆ ਤਿਰਛੀ ਹੁੰਦੀ ਹੈ ਬੇਟਾ, ਇੱਥੋਂ ਅਸੀਂ ਉੱਪਰਲੇ ਪਾਸੇ ਤੋਂ ਫਿਰ ਪੈਨਸਲ ਚੁੱਕ ਕੇ 90 ਡਿਗਰੀ ਦੇ ਉੱਤੇ ਅਸੀਂ ਰੇਖਾ ਥੱਲੇ ਨੂੰ ਲੈ ਆਵਾਂਗੇ। ਇਹ ਬਣ ਗਿਆ ਸਾਡੇ ਕੋਲੇ ਅੱਖਰ ਐੜਾ। ਇੱਥੇ ਅਸੀਂ ਹੁਲਾਰਾ ਲਾ ਦੇਵਾਂਗੇ। ਔਰ ਬੇਟਾ ਐੜਾ ਅੱਖਰ ਦੀ ਚੌੜਾਈ ਹੈ ਜਿਹੜੀ ਆਮ ਅੱਖਰਾਂ ਨਾਲੋਂ ਵੱਧ ਹੁੰਦੀ ਹੈ। ਫਿਰ ਦੇਖ ਲਓ ਧਿਆਨ ਦੇ ਨਾਲ ਅੱਖਰ ਐੜਾ ਦੀ ਬਣਤਰ।
ਆ ਸਭ ਤੋਂ ਪਹਿਲਾ ਸਟੈਪ। ਇਦੋਂ ਬਾਅਦ ਚ ਬੇਟਾ ਇੱਥੋਂ ਘੁੰਮ ਕੇ ਅਸੀਂ ਅੰਦਰ ਉੱਪਰਲੇ ਪੁਆਇੰਟ ਨਾਲੋਂ ਥੋੜਾ ਜਿਹਾ ਇੱਧਰ ਇਸ ਬਿੰਦੂ ਤੇ ਅੱਖ ਨਾ ਬਣਾਉਂਦੇ ਹੋਏ ਅਸੀਂ ਇੱਥੇ ਆਏ। ਆਹ ਪੁਆਇੰਟ ਉੱਪਰ ਟੱਚ ਨਹੀਂ ਕਰਾਉਣਾ, ਜਸਟ ਇੱਕ ਡਾਟ ਦਾ, ਇੱਕ ਬਿੰਦੂ ਦਾ ਫਰਕ ਰਹਿੰਦਾ। ਇੱਥੋਂ ਫੇਰ ਹਲਕਾ ਜਿਹਾ ਥੱਲੇ ਨੂੰ, ਆਹ ਪੁਆਇੰਟ ਫੇਰ ਇਹਦੇ ਨਾਲੋਂ ਹਲਕਾ ਜਿਹਾ ਅੰਦਰ ਨੂੰ, ਔਰ ਇੱਥੋਂ ਆਹ ਰੇਖਾ ਤਿਰਛੀ ਬੇਟਾ, ਆਹ ਰੇਖਾ ਧਿਆਨ ਰੱਖਣਾ ਤਿਰਛੀ ਹੀ ਰੱਖਣੀ ਆ। ਔਰ ਇਹਦੇ ਤੋਂ ਬਾਅਦ ਚ ਪੈਨਸਲ ਚੁੱਕ ਕੇ ਉੱਪਰਲੇ ਪਾਸੇ ਤੋਂ 90 ਡਿਗਰੀ ਤੇ ਅਸੀਂ ਥੱਲੇ ਆ ਜਾਵਾਂਗੇ ਔਰ ਆਹ ਹੁਲਾਰਾ ਲਾ ਦੇਵਾਂਗੇ। ਇਹ ਬਣ ਗਈ ਅੱਖਰ ਐੜਾ ਦੀ ਬਣਤਰ। ਤੁਹਾਡੇ ਕੋਲੇ ਕਾਪੀਆਂ ਜਾਂ ਵਰਕਸ਼ੀਟਾਂ ਪਈਆਂ ਹੋਈਆਂ ਬੱਚੇ, ਉਹਦੇ ਉੱਤੇ ਹੁਣ ਤੁਸੀਂ ਐੜਾ ਅੱਖਰ ਦਾ ਅਭਿਆਸ ਹੈ ਜਿਹੜਾ ਪੈਨਸਲ ਜਾਂ ਜੈਲ ਪੈਨ ਦੇ ਨਾਲ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।